जी दोस्तों, हरजिंदर ਗਿੱਲ ਸ਼ੋ ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ। ਸਮਾਂ ਇਸ ਵੇਲੇ ਹੋ ਗਿਆ ਜੀ 2:32। ਹਰਜਿੰਦਰ ਗਿੱਲ ਸ਼ੋ ਦੇ ਨਾਲ 2 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟੂ ਫਰਾਈਡੇ ਤੁਸੀਂ ਜੁੜਦੇ ਹੋ। ਤੇ ਜਿਵੇਂ ਥੋੜੀ ਦੇਰ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਇੱਕ ਖਾਸ ਪਰਸਨੈਲਿਟੀ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਇਸ ਵੇਲੇ ਕਿਸਾਨੀ ਅੰਦੋਲਨ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਵੱਖ-ਵੱਖ ਦੇਸ਼ਾਂ ਦੀ ਗੱਲ ਕਰ ਲਈਏ, ਵੱਖ-ਵੱਖ ਖਿੱਤਿਆਂ ਦੀ ਗੱਲ ਕਰ ਲਈਏ, ਵੱਖ-ਵੱਖ ਤਰੀਕਿਆਂ ਦੀ ਗੱਲ ਕਰ ਲਈਏ ਤਾਂ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਿਹਾ, ਜਿੱਥੇ ਚਾਹੇ ਕੋਈ ਪੰਜਾਬ 'ਚ ਰਹਿ ਰਿਹਾ, ਚਾਹੇ ਪੰਜਾਬ ਤੋਂ ਬਾਹਰ ਹੈ। ਸੋ ਉਹਨਾਂ ਦੇ ਵੱਲੋਂ ਜਿਹੜੇ ਵੀ ਐਫਰਟਸ ਨੇ ਤਰੀਕੇ ਆਪਣੇ ਤਰੀਕੇ ਅਪਣਾ ਕੇ ਉਹਨਾਂ ਐਫਰਟਸ ਨੂੰ ਕਰਦੇ ਹੋਏ ਅੱਗੇ ਤੋਰਦੇ ਹੋਏ ਇਸ ਲਹਿਰ ਦੇ ਨਾਲ, ਇਸ ਅੰਦੋਲਨ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਗਤੀਵਿਧੀ ਜਾਂ ਐਕਟੀਵਿਟੀਜ਼ ਪਾਈਆਂ ਜਾ ਰਹੀਆਂ ਨੇ। ਅਤੇ ਨਾਲ ਹੀ ਅਸੀਂ ਇਸ ਗੱਲ ਦਾ ਵੀ ਖਿਆਲ ਰੱਖਣਾ ਪੈਣਾ ਕਿ ਬਹੁਤ ਵੱਡੇ ਰੂਪ ਦੇ ਵਿੱਚ ਜਿੱਥੇ ਇਸ ਅੰਦੋਲਨ ਦੇ ਨਾਲ ਲੋਕ ਜੁੜੇ ਹੋਏ ਆ, ਉੱਥੇ ਕੁਛ ਨਾ ਕੁਛ ਲੋਕ ਇਹੋ ਜਿਹੇ ਵੀ ਨੇ ਜਿਹੜੇ ਬਿਲਕੁਲ ਇਸ ਅੰਦੋਲਨ ਦੇ ਖਿਲਾਫ ਵੀ ਨੇ, ਸਰਕਾਰ ਦੇ ਬਿਲਕੁਲ ਹੱਕ ਦੇ ਵਿੱਚ ਵੀ ਨੇ। ਸੋ ਸਾਨੂੰ ਉਹ ਸਾਰੀ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਜਦੋਂ ਦੇਖਦੇ ਹਾਂ, ਸੁਣਦੇ ਹਾਂ, ਅਬਜ਼ਰਵ ਕਰਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਦੇ ਉੱਪਰ ਹੋਣ ਜਾਂ ਫਿਰ ਵੈਬਸਾਈਟਸ ਦੇ ਉੱਪਰ ਜਾਂ ਫਿਰ ਨਿਊਜ਼ਪੇਪਰਸ 'ਤੇ, ਟੀਵੀਜ਼ 'ਤੇ, ਰੇਡੀਓਜ਼ ਦੇ ਜ਼ਰੀਏ ਜਿੱਥੇ ਕਿਤੇ ਵੀ ਸਾਨੂੰ ਦੇਖਣ ਨੂੰ ਮਿਲਦਾ, ਸੁਣਨ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ, ਤਾਂ ਸਾਨੂੰ ਸਾਰੀਆਂ ਵਿਚਾਰਧਾਰਾਵਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਇਸ ਲੜੀ ਦੇ ਵਿੱਚ ਹੋ ਸਕਦਾ ਕਈ ਦਫਾ ਕਈ ਲੋਕ ਜਿਹੜੇ ਨੇ ਜੀ ਬਹੁਤ ਅਗਰੈਸਿਵ ਹੋ ਜਾਂਦੇ ਨੇ, ਇੱਕ ਦੂਸਰੇ ਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ 'ਤੇ ਜਾਂ ਫਿਰ ਇਨ ਪਰਸਨ ਹੋ ਕੇ ਵੀ ਬਹੁਤ ਸਾਰੀਆਂ ਅਸੀਂ ਦੇਖਦੇ ਹਾਂ। ਕਈ ਵਾਰੀ ਕੁਛ ਰੈਲੀਆਂ ਦੀ ਗੱਲ ਕਰਦੇ ਹਾਂ ਜਾਂ ਕੁਛ ਜਿਹੜੇ ਪਰਸਨਲ ਤੌਰ ਦੇ ਉੱਤੇ ਇੱਕ ਦੂਸਰੇ ਦੇ ਨਾਲ ਤਕਰਾਰ ਦੀ ਗੱਲ ਕਰਦੇ ਹਾਂ। ਇਹ ਬਹੁਤ ਕੁਝ ਸਾਡੇ ਸਾਹਮਣੇ ਇਸ ਵੇਲੇ ਆ ਰਿਹਾ ਹੈ। ਔਰ ਇਸ ਅੰਦੋਲਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਿਛਲੇ ਕਾਫੀ ਦਿਨਾਂ ਤੋਂ ਅਸੀਂ ਇਹ ਵੀ ਜ਼ਿਕਰ ਕਰਦੇ ਆ ਰਹੇ ਹਾਂ ਕਿ ਸਾਨੂੰ ਜਦੋਂ ਕੋਈ ਇਹੋ ਜਿਹੀ ਲਹਿਰ ਚੱਲ ਰਹੀ ਹੁੰਦੀ ਹੈ, ਕੋਈ ਅੰਦੋਲਨ ਚੱਲ ਰਿਹਾ ਹੁੰਦਾ, ਤਾਂ ਅਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਸਾਰਾ ਕੁਝ ਬਹੁਤ ਈਜ਼ੀ ਹੋਣਾ ਹੈ, ਬਹੁਤ ਸਮੂਥ ਹੋਣਾ ਹੈ। ਇਹਦੇ ਵਿੱਚ ਸਾਨੂੰ ਸਾਰੇ ਉਤਰਾਅ ਚੜ੍ਹਾਅ ਉਹਨਾਂ ਦਾ ਸਾਹਮਣਾ ਕਰਨਾ ਪੈਣਾ। ਉਹਦੇ ਵਿੱਚ ਸਾਨੂੰ ਕੁਛ ਚੰਗੀਆਂ ਮਾੜੀਆਂ, ਸਾਮ ਦਾਮ, ਦੰਡ ਭੇਦ, ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਇਸੇ ਲੜੀ ਦੇ ਵਿੱਚ ਅਸੀਂ ਜਿਸ ਇੱਕ ਖਾਸ ਪਰਸਨੈਲਿਟੀ ਨਾਲ ਤੁਹਾਡੀ ਗੱਲ ਕਰਨ ਲੱਗੇ ਹਾਂ, ਪਿਛਲੇ ਲੰਬੇ ਸਮੇਂ ਤੋਂ ਇੱਕ ਉੱਘੇ ਐਕਟਿਵਿਸਟ ਦੇ ਤੌਰ ਦੇ ਉੱਤੇ ਵਿਚਰਦੇ ਆ ਰਹੇ ਨੇ, ਨਾ ਸਿਰਫ ਪੰਜਾਬ ਦੇ ਵਿੱਚ, ਨਾ ਸਿਰਫ ਭਾਰਤ ਦੇ ਵਿੱਚ, ਬਲਕਿ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦਾ ਕਹਿ ਲਈਏ ਕਿ ਜ਼ੋਰ ਚੱਲਦਾ ਹੈ, ਜਿੱਥੇ ਕਿਤੇ ਵੀ ਉਹਨਾਂ ਦੇ ਕੋਲ ਕੋਈ ਸਾਧਨ ਬਣਦੇ ਆ, ਚਾਹੇ ਅੱਜ ਕੱਲ੍ਹ ਜਦੋਂ ਆਪਾਂ ਗੱਲ ਕਰਦੇ ਹਾਂ ਗਲੋਬਲੀ ਅਸੀਂ ਇੱਕ ਦੂਜੇ ਨਾਲ ਇੱਦਾਂ ਜੁੜੇ ਹੋਏ ਹਾਂ, ਚਾਹੇ ਜਿਹੜੇ ਮਰਜ਼ੀ ਹਿੱਸੇ 'ਚ ਬੈਠੇ ਹੋਈਏ, ਅਸੀਂ ਕਿਤੇ ਵੀ ਆਪਣੀ ਆਵਾਜ਼, ਆਪਣੇ ਵਿਚਾਰ, ਆਪਣੇ ਥਾਟ, ਆਪਣੇ ਪਰਸਪੈਕਟਿਵ ਨੂੰ ਪਹੁੰਚਦਾ ਕਰ ਸਕਦੇ ਹਾਂ। ਔਰ ਇਸ ਲੜੀ ਦੇ ਵਿੱਚ ਮੇਰੇ ਨਾਲ ਜਿਹੜੇ ਖਾਸ ਮਹਿਮਾਨ ਜੁੜਨ ਲੱਗੇ ਨੇ, ਬੜੇ ਲੰਬੇ ਸਮੇਂ ਤੋਂ ਆਪਣੇ ਕਹਿ ਲਈ ਕਿ ਇਸ ਅੰਦੋਲਨ ਦੀ ਗੱਲ ਕਰੀਏ ਜਾਂ ਹੋਰ ਗਤੀਵਿਧੀਆਂ ਦੀ ਗੱਲ ਕਰੀਏ, ਉਹਦੇ ਨਾਲ ਜੁੜੇ ਹੋਏ ਆ ਕਰਨਬੀਰ ਸਿੰਘ ਹੋਰੀ। ਸੋ ਕਰਨਬੀਰ ਹੋਰੀ ਇਸ ਵੇਲੇ ਮੇਰੇ ਨਾਲ ਨੇ ਔਰ ਇਹਨਾਂ ਦੀ ਭਾਰਤ ਮਾਤਾ ਸੁਸਾਇਟੀ ਇੱਕ ਸੰਸਥਾ ਬਣਾਈ ਹੋਈ ਹੈ, ਉਹਦੇ ਬਾਰੇ 'ਚ ਵੀ ਗੱਲ ਕਰਾਂਗੇ। ਨਾਲ ਇਸ ਅੰਦੋਲਨ ਦੇ ਨਾਲ ਸੰਬੰਧਿਤ ਉਹਨਾਂ ਦੇ ਕੀ ਵਿਚਾਰ ਨੇ, ਕੀ ਥਾਟ ਨੇ, ਕਿਵੇਂ ਆਪਣੇ ਆਪ ਨੂੰ ਜਾਂ ਆਪਣੇ ਹੋਰ ਟੀਮ ਮੈਂਬਰਸ ਨੂੰ ਉਹਨਾਂ ਨੇ ਜੋੜਿਆ ਹੋਇਆ, ਉਹਦੇ ਬਾਰੇ 'ਚ ਗੱਲ ਕਰਾਂਗੇ। ਔਰ ਇੱਕ ਵੱਖਰੀ ਤਰ੍ਹਾਂ ਦੀ ਚਿਣਗ ਦੀ ਗੱਲ ਕਰੀ ਦੀ, ਇੱਕ ਵੱਖਰੀ ਤਰ੍ਹਾਂ ਦੀ ਐਕਸਾਈਟਮੈਂਟ ਦੀ ਗੱਲ ਕਰਦੀ, ਇੱਕ ਵੱਖਰੀ ਤਰ੍ਹਾਂ ਦੀ ਐਨਰਜੀ ਦੀ ਜਦੋਂ ਅਸੀਂ ਗੱਲ ਕਰੀਦੀ ਹੈ, ਤਾਂ ਉਹਨਾਂ ਦੇ ਵਿੱਚੋਂ ਕਰਨਬੀਰ ਹੋਰੀ ਵੀ ਸਾਡੇ ਲਈ ਆਪਣਾ ਪਰਸਪੈਕਟਿਵ ਰੱਖਣ ਲਈ ਅੱਜ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਕਰਨਬੀਰ ਬਾਈ, ਤੁਹਾਡਾ ਬਹੁਤ-ਬਹੁਤ ਸਵਾਗਤ ਹਰਜਿੰਦਰ ਗਿੱਲ ਸ਼ੋ ਦੇ ਵਿੱਚ। ਵੈਲਕਮ। ਥੈਂਕ ਯੂ ਸੋ ਮਚ ਭਾਜੀ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਬਹੁਤ ਹੰਬਲਡ ਹੈਗਾ ਟੂ ਬੀ ਇਨ ਦ ਸ਼ੋ। ਤੇ ਜਿਵੇਂ ਤੁਸੀਂ ਭਾਰਤ ਮਾਤਾ ਸੁਸਾਇਟੀ ਦੀ ਗੱਲ ਕੀਤੀ, ਇਹ ਤੋਂ ਵਧੀਆ ਦਿਨ ਨਹੀਂ ਸੀ ਹੋ ਸਕਦਾ। ਅੱਜ 23 ਫਰਵਰੀ ਦਾ ਦਿਨ ਹੈਗਾ, ਜਿੱਦੇ ਚਾਚਾ ਅਜੀਤ ਸਿੰਘ, ਜੋ ਸ਼ਹੀਦ ਆਜ਼ਮ ਭਗਤ ਸਿੰਘ ਦੇ, ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਸੀਗੇ, ਤੇ ਉਹਨਾਂ ਨੇ ਅੱਜ ਉਹਨਾਂ ਦਾ ਜਨਮ ਦਿਨ ਹੈਗਾ। ਤੇ ਉਹਨਾਂ ਦੇ ਆਖਰੀ ਸ਼ਬਦ ਜਾਂਦੇ ਹੋਏ ਵੀ ਜੈ ਹਿੰਦ ਸੀਗੇ। ਜਿੱਦਾਂ ਆਪਣਾ ਦੇਸ਼ ਆਜ਼ਾਦ ਹੋਇਆ ਉਦੋਂ ਉਹਨਾਂ ਨੇ ਸਪੀਚ ਸੁਣੀ ਜਦੋਂ ਨਹਿਰੂ ਸਾਹਿਬ ਦੀ, ਉਦੋਂ ਉਹਨਾਂ ਨੇ ਆਖਰੀ ਸਾਹ ਲਿੱਤਾ ਆਪਦਾ। ਸੋ ਉਹਨਾਂ ਨੂੰ ਆਪਾਂ ਇਤਿਹਾਸ ਦੇ ਪੰਨਿਆਂ 'ਚ ਭੁੱਲੀਏ ਨਾ, ਕਿਉਂਕਿ ਭਾਰਤ ਮਾਤਾ ਸੁਸਾਇਟੀ ਦਾ ਗਠਨ ਅਸਲ 'ਚ ਉਹਨਾਂ ਨੇ ਕੀਤਾ। ਸੋ ਅਸੀਂ ਤਾਂ ਸਿਰਫ ਇੱਕ ਨਿਮਾਣਾ ਜਾਂ ਆਪਦੇ ਵੱਲੋਂ ਯਤਨ ਕੀਤਾ ਵੀ ਉਹਨੂੰ ਦੁਬਾਰਾ ਰਿਵਾਈਵ ਕਰੀਏ, ਪਗੜੀ ਸੰਭਾਲ ਜੱਟਾਂ ਮੂਵਮੈਂਟ ਨੂੰ ਦੁਬਾਰਾ ਲੈ ਕੇ ਆਈਏ। ਸੋ ਅਸੀਂ ਦਸੰਬਰ ਦੇ ਵਿੱਚ ਦੁਬਾਰਾ ਇਹਦਾ ਸੰਗਠਿਤ ਕਰਕੇ ਅਸੀਂ ਜਿਵੇਂ ਵੀ ਹੋ ਸਕਦਾ ਹੈਗਾ, ਕਿਉਂਕਿ ਉਹ ਆਲ ਇੰਡੀਆ ਲੈਵਲ ਦੇ ਉੱਤੇ ਉਹਨਾਂ ਨੇ, ਚਾਹੇ ਉਹ ਕਾਇਲਕਟਾ ਹੋਵੇ, ਚਾਹੇ ਜਿੱਥੇ ਵੀ ਉਸ ਟਾਈਮ ਤੇ ਕਿਸਾਨ ਸੰਘਰਸ਼ ਕਰ ਰਹੇ ਸੀ, ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਭਾਰਤ ਮਾਤਾ ਸੁਸਾਇਟੀ ਬਣਾਈ ਸੀ। ਸੋ ਆਹ ਵਰਡ ਵੀ ਜਿਹੜਾ ਹੈਗਾ ਭਾਰਤ ਮਾਤਾ ਸੁਸਾਇਟੀ ਉਹਨਾਂ ਦਾ ਹੀ ਦਿੱਤਾ ਹੋਇਆ ਵਰਡ ਹੈਗਾ, ਉਹਨਾਂ ਦਾ ਹੀ ਨਾਮ ਹੈਗਾ। ਸੋ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਹਾਂ। ਵੈਰੀ ਗੁੱਡ। ਅੱਛਾ ਕਰਨਬੀਰ ਭਾਈ, ਮੈਂ ਜ਼ਰੂਰ ਚਾਹਾਂਗਾ ਕੋਈ ਸਰੋਤੇ ਜਾਂ ਸਾਡੇ ਜਿਹੜੇ ਲਿਸਨਰਸ ਨੇ, ਪਰਿਵਾਰ ਨੇ, ਉਹਨਾਂ ਨੇ ਤੁਹਾਨੂੰ ਕਿਤੇ ਨਾ ਕਿਤੇ ਸੁਣਿਆ ਹੋਏਗਾ, ਦੇਖਿਆ ਹੋਏਗਾ, ਪਰ ਬਹੁਤ ਸਾਰੇ ਦੋਸਤ ਇਹੋ ਜਿਹੇ ਵੀ ਹੋਣਗੇ ਜਿਹੜੇ ਅੱਜ ਪਹਿਲੀ ਵਾਰ ਤੁਹਾਡੀ ਗੱਲਬਾਤ ਨੂੰ ਸੁਣਨ ਜਾ ਰਹੇ ਹੋਣਗੇ। ਮੈਂ ਜ਼ਰੂਰ ਚਾਹਾਂਗਾ ਥੋੜ੍ਹਾ ਜਿਹਾ ਆਪਣੇ ਬਾਰੇ, ਆਪਣੀ ਇਸ ਸੁਸਾਇਟੀ ਬਾਰੇ, ਜਾਂ ਆਪਣਾ ਕੀ ਟਾਰਗੇਟ ਜਾਂ ਕੀ ਟੀਚਾ ਲੈ ਕੇ ਤੁਰੇ ਹੋਏ ਹੋ, ਉਹਦੀ ਜਾਣਕਾਰੀ ਦਿਓ, ਤਾਂ ਫਿਰ ਆਪਾਂ ਅਗਲੀ ਗੱਲਬਾਤ ਅੱਗੇ ਤੋਰਦੇ ਹਾਂ। ਬਿਲਕੁਲ। ਮੈਂ ਜੀ ਇੱਕ ਨੋਰਮਲ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈਗਾ। ਮੇਰੀ ਸਾਰੀ ਫੈਮਿਲੀ ਪਿਛਲੇ 19 ਜਨਰੇਸ਼ਨ ਤੋਂ ਆਰਮੀ ਦੇ ਵਿੱਚ ਹੈਗੀ ਹੈ। ਅਕਾਲੀ ਫੂਲਾ ਸਿੰਘ ਤੋਂ ਲੈ ਕੇ ਹੁਣ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰੀਏ, ਜੇ 1971 ਦੀ ਵਾਰ ਹੋਵੇ, 48 ਦੀ ਵਾਰ ਹੋਵੇ, ਹਰੇਕ ਚੀਜ਼ 'ਚ ਰਹਿ ਚੁੱਕੇ ਨੇ ਆਪਣੀ ਫੈਮਿਲੀ ਦੇ। ਸੋ ਮੈਂ ਇੱਕ ਆਰਮੀ ਫੈਮਿਲੀ ਨੂੰ ਬਿਲੋਂਗ ਕਰਦਾ।
ਉਹ ਤੋਂ ਬਾਅਦ 2013 ਦੇ ਵਿੱਚ ਮੈਂ ਪੜ੍ਹਨ ਲਈ ਯੂਨੀਵਰਸਿਟੀ ਆਫ ਫਲੋਰੀਡਾ ਆਇਆ ਸੀਗਾ ਤੇ ਉੱਥੇ ਮੈਂ ਆਪਦੇ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਆਪਦੀ ਮਾਸਟਰਸ ਕੀਤੀ। ਉਹ ਤੋਂ ਬਾਅਦ ਸਿਰਫ ਕਾਰਪੋਰੇਟ ਕਹਿ ਲਓ ਵੀ ਫੋਰਚੂਨ 50 ਜਿਹੜੀਆਂ ਟੌਪ ਦੀਆਂ 50 ਕੰਪਨੀਆਂ ਨੇ ਵਰਲਡ ਦੀਆਂ, ਚਾਹੇ ਉਹ CVS ਹੈਲਥ ਹੋਵੇ, ਸੀਅਰਸ ਹੋਲਡਿੰਗ ਹੋਵੇ, KPMG, ਅਰਨਸਟ ਐਂਡ ਯੰਗ, ਸਿਰਫ ਟੌਪ ਦੀ ਮੈਨੇਜਮੈਂਟ ਕੰਸਲਟਿੰਗ ਰੋਲ ਦੇ ਵਿੱਚ ਮੈਂ ਰਿਹਾ ਸਿਰਫ ਕਾਰਪੋਰੇਟ ਕਰੀਅਰ ਦੇ ਵਿੱਚ। ਸੋ ਮੇਰਾ ਕਰੀਅਰ ਬੜਾ ਫਰੂਟਫੁਲ ਸੀਗਾ। ਉਹ ਤੋਂ ਬਾਅਦ ਮੈਂ 2018 ਦੇ ਵਿੱਚ ਕੈਨੇਡਾ ਮੂਵ ਕੀਤਾ, 17 'ਚ ਮੈਂ ਪਰਮਾਨੈਂਟ ਰੈਜ਼ੀਡੈਂਟ ਬਣਿਆ। ਸੋ ਮੈਨੂੰ ਉਦੋਂ ਵੀ ਪ੍ਰੋਬਲਮ ਸੀਗੀ ਇਕੁਐਲਿਟੀ ਨਾਲ, ਵੀ ਜਦ ਇਕੁਅਲ ਓਪਰਚੁਨਿਟੀ ਹੈਗੀ ਸਾਰਿਆਂ ਵਾਸਤੇ, ਤਾਂ ਅਮਰੀਕਾ 'ਚ ਮੈਨੂੰ ਐਂ ਲੱਗਦਾ ਸੀ ਮੈਂ ਕਿਤੇ ਨਾ ਕਿਤੇ ਮੈਨੂੰ ਵੀ ਇਕੁਅਲ ਓਪਰਚੁਨਿਟੀ ਨਹੀਂ ਮਿਲਦੀ ਜਿਹੜੀ ਇੱਕ ਉਰੇ ਦੇ ਜੰਪਾਲ ਨੂੰ ਮਿਲਦੀ ਹੈ। ਸੋ ਉਹ ਡਿਸੀਜਨ ਕਰਕੇ ਮੈਂ ਸੋਚਿਆ ਮੈਂ ਪਰਮਾਨੈਂਟ ਰੈਜ਼ੀਡੈਂਸੀ ਵਾਲਾ ਰਸਤਾ ਲਊਂਗਾ। ਸੋ ਹੁਣ ਮੈਂ ਪਾਸਪੋਰਟ ਚੇਂਜ ਕਰਨ ਦੇ ਬਿਲਕੁਲ ਨੇੜੇ ਸੀਗਾ, ਬਟ ਹੁਣ ਚੀਜ਼ਾਂ ਜ਼ਿੰਦਗੀ ਦੇ ਪਲਾਨ ਚੇਂਜ ਹੁੰਦੇ ਦਿਖਦੇ ਨੇ, ਤਾਂ ਇਹ ਲੱਗਦਾ ਹੈਗਾ ਵੀ ਜੇ ਆਪਾਂ ਪਾਸਪੋਰਟ ਇੰਡੀਅਨ ਰੱਖੀਏ ਤਾਂ ਜਿਹੜੀ ਆਪਣੀ ਜਨਮ ਭੂਮੀ ਹੈਗੀ ਹੈ ਉਹਦੇ ਵੱਲ ਆਪਾਂ ਆਪਦਾ ਫਰਜ਼ ਨਿਭਾ ਸਕਦੇ ਹਾਂ। ਬਾਕੀ ਉਰੇ ਦੇ ਇੱਕ ਪੈਰ ਆਪਾਂ ਬਾਹਰ ਵੀ ਰੱਖ ਸਕਦੇ ਨਾਰਥ ਅਮਰੀਕਾ ਦੇ ਵਿੱਚ। ਸੋ ਆਈ ਵਾਂਟ ਟੂ ਬੀ ਐਨ ਐਂਟਰਪ੍ਰੈਨਿਓਰ। ਮੈਂ ਫਾਰਮਰਸ ਵਾਸਤੇ ਕੰਮ ਕਰਦੇ ਰਹਿਣਾ ਚਾਹੁੰਦਾ ਹੈਗਾ। ਤੇ ਫਾਰਮਰ ਦੇ ਵਿੱਚ ਕਹਿ ਲਓ ਵੀ ਜੇ ਆਪਣੇ ਗੁਰੂ ਸਾਹਿਬ ਨੇ ਕਿਹਾ ਹੈਗਾ ਵੀ ਟੌਪ ਦਾ ਸਭ ਤੋਂ ਉੱਤਮ ਕੰਮ ਫਾਰਮਿੰਗ ਨੂੰ ਦੱਸਿਆ, ਭਗਵਦ ਗੀਤਾ ਨੇ ਵੀ ਸੇਮ ਹੀ ਦੱਸਿਆ। ਸੋ ਮੈਨੂੰ ਲੱਗਦਾ ਹੈਗਾ ਜੇ ਅੱਜ ਦੇ ਯੰਗ ਬੱਚੇ, ਕਿਉਂਕਿ ਇਸ ਅੰਦੋਲਨ ਦੀਆਂ ਕੁਝ ਵੱਡੀਆਂ ਜਿੱਤਾਂ ਜਿਹੜੀਆਂ ਹੈਗੀਆਂ ਨੇ ਉਹ ਇਹ ਵੀ ਹੈਗੀਆਂ ਵੀ ਆਪਾਂ ਆਪਦੇ ਬੱਚਿਆਂ ਨੂੰ ਜਿੱਤ ਲਿਆ, ਜਿਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਹੈਗਾ। ਤੇ ਇੱਕ ਜਿੱਤ ਹੈਗੀ ਆਪਾਂ ਪੂਰੇ ਦੇਸ਼ ਨੂੰ ਸੰਗਠਿਤ ਕਰਤਾ, ਪੂਰੇ ਦੇਸ਼ ਦੇ ਵਿੱਚ ਭਾਈਚਾਰੇ ਦਾ ਜਾਗ ਲਾਤਾ ਦੁਬਾਰਾ ਪੰਜਾਬੀਅਤ ਨੇ। ਸੋ ਉਹ ਦੋ ਵੱਡੀਆਂ ਜਿੱਤਾਂ ਵੀ ਹੈਗੀਆਂ ਨੇ, ਉਹਨਾਂ ਬਾਰੇ ਆਪਾਂ ਨੂੰ ਸੰਤੋਖ ਰੱਖਣਾ ਚਾਹੀਦਾ। ਜਿਵੇਂ ਆਪਣੇ ਗੁਰੂ ਸਾਹਿਬ ਨੇ ਕਿਹਾ ਅੰਦੋਲਨ ਤਾਂ ਚੱਲਦਾ ਹੀ ਰਹੂਗਾ, ਪਰ ਆਪਾਂ ਉਹਦੇ ਵਾਸਤੇ ਵੀ ਸ਼ੁਕਰੀਆ ਕਰਦੇ ਰਹੀਏ ਵੀ ਕਿਤੇ ਅੱਗੇ ਚੱਲਦੇ ਹੋਏ ਜਿਹੜਾ ਕੁਛ ਆਪਾਂ ਅਚੀਵ ਕੀਤਾ ਉਹ ਨਾ ਖੋਲੀਏ, ਕਿਤੇ ਆਪਾਂ ਆਪਦੇ ਦੁਬਾਰਾ ਇਹੋ ਜਿਹੇ ਰਸਤੇ ਨਾਲ ਚੱਲ ਪਈਏ ਜਿੱਥੇ ਆਪਾਂ ਦੁਬਾਰਾ ਭਾਈਚਾਰੇ ਨੂੰ ਠੇਸ ਪਹੁੰਚਾ ਸਕੀਏ। ਅੱਛਾ ਕਰਨਵੀਰ ਭਾਈ, ਜੇ ਆਪਾਂ ਸੁਸਾਇਟੀ ਦੀ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਭਾਰਤ ਮਾਤਾ ਸੁਸਾਇਟੀ ਚਾਚਾ ਅਜੀਤ ਸਿੰਘ ਹੋਰਾਂ ਨੇ ਸ਼ੁਰੂਆਤ ਕਰਕੇ ਜਿੱਥੋਂ, ਪਰ ਕਈ ਵਾਰ ਕੀ ਹੁੰਦਾ ਜਦੋਂ ਅਸੀਂ ਪੰਜਾਬੀਆਂ ਦੀ ਖਾਸ ਤੌਰ ਦੇ ਉੱਤੇ ਗੱਲ ਤੁਰਦੀ ਹੈ ਤਾਂ, ਔਰ ਜਦੋਂ ਕਿਸੇ ਅੰਦੋਲਨ ਦੀ ਗੱਲ ਚੱਲਦੀ ਹੈ, ਕਿਸੇ ਰੈਵੋਲਿਊਸ਼ਨ ਦੀ ਗੱਲ ਚੱਲਦੀ ਹੈ, ਕਿਸੇ ਇਹੋ ਜਿਹੇ ਮਾਹੌਲ ਦੀ ਜਿਹੜਾ ਹੁਣ ਇਸ ਵੇਲੇ ਚੱਲ ਰਿਹਾ ਉਹਦੀ ਗੱਲ ਚੱਲਦੀ ਹੈ, ਤੇ ਇੱਕ ਬਹੁਤ ਛੇਤੀ ਇੱਕ ਟੈਗ ਲੱਗ ਜਾਂਦਾ ਪੰਜਾਬੀਆਂ ਤੇ ਕਿ ਅਸੀਂ ਭਾਰਤ ਨੂੰ ਦੋ ਫਾੜ ਕਰਨ ਲਈ, ਭਾਰਤ ਦੇ ਟੁਕੜੇ ਕਰਨ ਲਈ ਸ਼ਾਇਦ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ। ਇਸ ਗੱਲ ਨੂੰ ਤੁਸੀਂ ਥੋੜਾ ਜਿਹਾ ਐਕਸਪਲੇਨ ਕਰਨਾ ਚਾਹੋ। ਬਿਲਕੁਲ ਬਿਲਕੁਲ, ਮੈਂ ਇਤਿਹਾਸ ਵਾਲੇ ਵਿਊ ਪੁਆਇੰਟ ਤੇ ਤੁਹਾਨੂੰ ਦੱਸੂਗਾ ਜੀ, ਕਿਉਂਕਿ ਇਹ ਮੇਰਾ ਜਰਨੀ ਵੀ ਰਹੀ ਹੈ ਜੇ ਤੁਸੀਂ ਮੈਨੂੰ ਫੋਲੋ ਕਰਦਾ ਕੋਈ ਸੋਸ਼ਲ ਮੀਡੀਆ ਤੇ, ਕਿਉਂਕਿ ਮੈਂ ਇਤਿਹਾਸ ਦਾ ਕਾਫੀ ਵਧੀਆ ਸਟੂਡੈਂਟ ਰਿਹਾ ਹੈਗਾ। ਸ਼ੁਰੂ ਤੋਂ ਹੀ ਮੇਰੇ 100 ਤੋਂ ਘੱਟ ਕਦੇ ਨੰਬਰ ਨਹੀਂ ਆਏ, ਤੇ ਮੈਂ ਹਮੇਸ਼ਾ ਸੋਚਦਾ ਵੀ ਇਤਿਹਾਸ ਨਾ ਆਪਾਂ ਕਦੇ ਭੁੱਲੀਏ, ਕਿਉਂਕਿ ਕਿਸਾਨ ਅੰਦੋਲਨ ਤੇ ਕਿਸਾਨ ਯੂਨੀਅਨ ਦਾ ਇਤਿਹਾਸ ਜੇ ਆਪਾਂ ਦੇਖੀਏ, ਆਪਾਂ 1907 ਵਾਲੇ ਇਸ ਅੰਦੋਲਨ ਦੀ ਗੱਲ ਕਰੀਏ ਜਦੋਂ ਇਹਨਾਂ ਨੇ 25% ਰੈਵਨਿਊ ਵਧਾਤਾ ਆਪਣੇ ਤੇ, ਲੈਂਡ ਏਲੀਨੇਸ਼ਨ ਐਕਟ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਸੀ, ਜਿਹੜਾ ਪੰਜਾਬ ਕੋਲੋਨਾਈਜੇਸ਼ਨ ਬਿੱਲ ਬਣਾਇਆ ਸੀ ਗੋਰਿਆਂ ਨੇ, ਉਹਦੇ ਤਹਿਤ ਵੀ ਜਿਹੜਾ ਵੀ 18 ਸਾਲ ਤੋਂ ਵੱਡਾ ਬੱਚਾ ਹੋਊਗਾ ਜਦੋਂ ਉਹਦੀ ਮ੍ਰਿਤੂ ਹੋ ਜੂਗੀ ਪੰਜਾਬ ਦੇ ਵਿੱਚ, ਉਹਦੀ ਜ਼ਮੀਨ ਡਾਇਰੈਕਟਲੀ ਸਿਰਫ ਬ੍ਰਿਟਿਸ਼ ਗਵਰਨਮੈਂਟ ਨੂੰ ਚਲੀ ਜਾਊਗੀ। ਜਿਵੇਂ ਕਿ ਡਾਕਟਰਿਨ ਆਫ ਲੈਪਸ ਆਪਾਂ ਸੁਣਦੇ ਸੀਗੇ, ਜਿਹਦੇ ਕਰਕੇ ਰਾਣੀ ਝਾਂਸੀ ਦੀ ਜ਼ਮੀਨ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ, ਹੋਰ ਵੀ ਉਹ ਸੇਮ ਇਹਨਾਂ ਨੇ ਜ਼ਮੀਨਦਾਰਾਂ ਤੇ ਵੀ ਲਾਉਣ ਦੀ ਕੋਸ਼ਿਸ਼ ਕੀਤੀ। ਤੇ ਜੇ ਆਪਾਂ ਇਤਿਹਾਸ ਦੇ ਪੰਨੇ ਨੂੰ ਫਰੋੜੀਏ, ਅੱਜ ਦਾ ਨੈਰੇਟਿਵ ਬਿਲਕੁਲ ਸੇਮ ਹੀ ਜਾ ਰਿਹਾ, ਕਿਸੇ ਪਾਸੇ ਵੀ ਕੁਝ ਚੇਂਜ ਨਹੀਂ ਹੈਗਾ। ਉਦੋਂ ਵੀ ਤੁਸੀਂ ਸਰਕਾਰ ਦੇ ਖਿਲਾਫ ਆਵਾਜ਼ ਨਹੀਂ ਸੀ ਚੱਕ ਸਕਦੇ। ਮਤਲਬ ਕਾਮਨ ਫੀਚਰ ਦੱਸਦਾ ਪਹਿਲਾਂ ਤੁਹਾਨੂੰ ਇਤਿਹਾਸ ਦਾ, ਤੁਸੀਂ ਅੰਦੋਲਨ ਲਓ, ਆਹ 1907 ਵਾਲਾ ਅੰਦੋਲਨ ਜਿਹੜਾ ਚਾਚਾ ਅਜੀਤ ਸਿੰਘ ਨੇ ਲੀਡ ਕੀਤਾ ਉਹ ਲੈ ਲਓ, ਜਿਹਦੇ ਵਿੱਚ ਇਹਨਾਂ ਨੇ ਆਪਦੇ ਮੁਸਲਮਾਨ ਹਿੰਦੂ ਦੋਸਤ ਜਿਵੇਂ ਸਾਰਿਆਂ ਨੂੰ ਸੰਗਠਿਤ ਕੀਤਾ। ਜਿਹੜਾ ਗਾਣਾ ਹੈਗਾ ਪੰਗੜੀ ਸੰਭਾਲ ਜੱਟਾ, ਉਹ ਪੋਇਮ ਸੀ ਐਕਚੁਅਲ ਦੇ ਵਿੱਚ। ਉਹ ਪੋਇਮ ਲਿਖੀ ਹੈ ਲਾਲਾ ਬਾਂਕੇ ਦਿਆਲ ਜੀ ਨੇ, ਜੋ ਕਿ ਮਤਲਬ ਇੱਕ ਹਿੰਦੂ ਸੀਗੇ। ਸੋ ਉਦੋਂ ਵੀ ਨਾਲ ਇਹਨਾਂ ਸੂਫੀ ਅੰਬਾ ਰਾਮ ਜੀ ਜਿਹੜੇ ਮੁਸਲਮਾਨ ਸੀ, ਹਮੇਸ਼ਾ ਇਹਨਾਂ ਦੇ ਕਦਮ ਨਾਲ ਕਦਮ ਲੈ ਕੇ ਹੀ ਹਮੇਸ਼ਾ ਇਹਨਾਂ ਦੇ ਇੱਕ ਹੋਰ ਦੋਸਤ ਸੀਗੇ ਹਿੰਦੂ ਘਸੀਟਾ ਰਾਮ ਜੀ, ਠੀਕ ਹੈ ਨਾ। ਸੋ ਇਹਨਾਂ ਨੇ ਸੰਗਠਿਤ ਕੀਤਾ। ਉਹ ਤੋਂ ਬਾਅਦ ਤੁਸੀਂ 1918 ਵਾਲਾ ਖੇੜਾ ਅੰਦੋਲਨ ਚੱਕੋ। ਖੇੜਾ ਇੱਕ ਜ਼ਿਲ੍ਹਾ ਹੈਗਾ ਗੁਜਰਾਤ ਦੇ ਵਿੱਚ। ਸੋ ਖੇੜਾ ਦਾ ਮਤਲਬ ਗੁਜਰਾਤੀ ਦੇ ਵਿੱਚ ਬਣਦਾ ਹਲ। ਉੱਥੇ ਸਰਦਾਰ ਪਟੇਲ ਦਾ ਜਨਮ ਹੋਇਆ ਉੱਥੇ। ਉਹ ਅੰਦੋਲਨ ਵੀ ਲੀਡ ਕੀਤਾ ਆਤਮਿਕ ਤੌਰ ਤੇ, ਚਾਹੇ ਮਹਾਤਮਾ ਗਾਂਧੀ ਨੇ ਲੀਡ ਕੀਤਾ, ਠੀਕ ਹੈ ਨਾ। ਉਹ ਤੋਂ ਬਾਅਦ ਤੁਸੀਂ ਬਾਰਡੋਲੀ ਵਾਲਾ ਅੰਦੋਲਨ ਚੱਕੋ 1928 ਵਾਲਾ, ਫਿਰ ਤੁਸੀਂ ਚੰਪਾਰਨ ਅੰਦੋਲਨ ਚੱਕੋ, ਅਹਿਮਦਾਬਾਦ ਮਿਲ ਅੰਦੋਲਨ ਚੱਕੋ। ਹਰੇਕ ਜਗ੍ਹਾ ਦੇ ਉੱਤੇ ਚਾਹੇ ਕੋਈ ਰਾਜਨੀਤਿਕ ਪਾਰਟੀ ਦੀ ਕਾਮਨ ਫੀਚਰ ਇਹ ਹੈਗਾ ਵੀ ਉਦੋਂ ਵੀ ਕਾਂਗਰਸ ਵਾਲੇ ਜਿਹੜੇ ਲੋਕ ਸੀਗੇ, ਚਾਹੇ RSS ਨੂੰ ਹੁਣ ਇਹ ਕਹਿੰਦੇ ਨੇ ਵੀ RSS ਮੋਦੀ ਦਾ ਇੱਕ ਕਹਿ ਲਓ ਵੀ ਰਾਜਨੀਤਿਕ ਵਿੰਗ ਬਣ ਗਿਆ, ਪਰ RSS ਦੀ ਸ਼ੁਰੂਆਤ ਜਦੋਂ ਹੋਈ ਡਾਕਟਰ ਹੈਡਗਵਾਰ ਜਿਹੜੇ RSS ਦੇ ਸੰਸਥਾਪਕ ਸੀ, ਤੇ ਦੂਜੇ ਇਹਨਾਂ ਦੇ ਡਾਕਟਰ ਗੋਲਵਰਕਰ, ਡਾਕਟਰ ਹੈਡਗਵਾਰ ਨੇ ਹਮੇਸ਼ਾ ਗਾਂਧੀ ਦਾ ਸਾਥ ਦਿੱਤਾ ਹਰੇਕ ਕਿਸਾਨ ਅੰਦੋਲਨ ਦੇ ਵਿੱਚ। ਉਹ ਗੱਲ ਵੱਖਰੀ ਹੈ ਵੀ ਖਿਲਾਫਤ ਮੂਵਮੈਂਟ ਜਦੋਂ 1921 ਦੇ ਵਿੱਚ ਆਈ, ਜਦੋਂ ਟਰਕੀ ਦੇ ਖਲੀਫਾ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਦੋਂ ਉਹਨਾਂ ਨੇ ਸੋਚਿਆ ਗਾਂਧੀ ਜੀ ਨੇ ਆਪਾਂ ਮੁਸਲਮਾਨ ਨਾਲ ਰੱਖਦੇ ਹਾਂ, ਤੇ ਉੱਥੇ ਵੀ ਪੁਆਇੰਟ ਵਰਕ ਪੈ ਗਿਆ। ਉੱਥੋਂ RSS ਬਣਨੀ ਸ਼ੁਰੂ ਹੋਈ, ਤਾਂ 1925 ਚ RSS ਦਾ ਸੰਗਠਨ ਹੋਇਆ। ਪਰ ਕਹਿਣ ਤੋਂ ਭਾਵ 1925 ਤੋਂ ਬਾਅਦ ਵੀ ਡਾਕਟਰ ਹੈਡਗਵਾਰ ਹਮੇਸ਼ਾ ਕਿਸਾਨਾਂ ਦੇ ਨਾਲ ਸੀਗੇ। ਅੱਜ ਇਹ ਭੁੱਲ ਜਾਂਦੇ ਨੇ RSS ਵਾਲੇ ਵੀ ਇਹ ਇੱਕ ਸਮਾਜਿਕ ਸੰਸਥਾ ਹੈਗੀ, ਨਾ ਕਿ ਰਾਜਨੀਤਿਕ, ਜੋ ਇਹ ਬਣਦੇ ਜਾ ਰਹੇ ਨੇ। ਸੋ ਕਹਿਣ ਤੋਂ ਭਾਵ ਤੁਸੀਂ ਕੋਈ ਵੀ ਅੰਦੋਲਨ ਚੱਕੋ,
ਤੇ ਕਿਸੇ ਵੀ ਅੰਦੋਲਨ ਦੇ ਵਿੱਚ ਕਾਮਨ ਚੀਜ਼ਾਂ ਜਿਹੜੀਆਂ ਅੱਜ ਦੇ ਅੰਦੋਲਨ ਦੇ ਨਾਲ ਸਿਮਿਲਰ ਨੇ ਉਹ ਹੈਗੀ ਹੈ ਨਾਨ ਪੋਲੀਟੀਕਲ, ਕਿਉਂਕਿ ਕੋਈ ਵੀ ਕਿਸਾਨ ਅੰਦੋਲਨ ਸਰਕਾਰ ਤੇ ਅਟੈਕ ਨਹੀਂ ਹੈਗਾ, ਸਰਕਾਰ ਦੀ ਨੀਤੀ ਤੇ ਅਟੈਕ ਹੈਗਾ। ਉਹ ਡਾਇਰੈਕਟਲੀ ਆਪਦੀ ਗੱਲ ਸਰਕਾਰ ਮੂਹਰੇ ਰੱਖਣੀ ਹੈ ਵੀ ਤੁਹਾਡੀਆਂ ਨੀਤੀਆਂ ਸਾਨੂੰ ਪਸੰਦ ਨਹੀਂ, ਤੇ ਕਿਸੇ ਵੀ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਕਦੇ ਵੀ ਸਰਕਾਰ ਨਾਲ। ਕੋਈ ਵੀ ਅੰਦੋਲਨ ਚੱਕੋ, ਇਹ ਨਹੀਂ ਕਿਹਾ ਜਾਂਦਾ ਹੈਗਾ ਜੀ ਤੁਸੀਂ 25% ਲਗਾਨ ਲਾਇਆ, 23% ਲਗਾਨ ਲਾਇਆ, ਸਾਨੂੰ 1% ਲਗਾਨ ਦੇ ਦਿਓ, 2% ਲਗਾਨ ਦੇ ਦਿਓ। ਨਹੀਂ, ਉਦੋਂ ਬ੍ਰਿਟਿਸ਼ ਗਵਰਨਮੈਂਟ ਦੇ ਸੰਵਿਧਾਨ ਦੇ ਆਧਾਰ ਹੋ ਕੇ ਵੀ ਜਦੋਂ ਤੁਹਾਡੀ ਫਸਲ ਫੇਲ ਹੋ ਜਾਂਦੀ ਹੈ ਉਦੋਂ ਤੁਹਾਡੇ ਤੇ ਲਗਾਨ ਨਹੀਂ ਲਾ ਸਕਦੀ ਟੈਕਸ। ਉਸ ਕਿਉਂਕਿ ਸਾਰੇ ਵਕੀਲ ਸੀਗੇ, ਸਰਦਾਰ ਪਟੇਲ ਵੀ ਵਕੀਲ ਸੀਗੇ, ਸੋ ਇਹਨਾਂ ਨੇ ਉਸ ਚੀਜ਼ ਉੱਤੇ ਲੜਿਆ। ਸਿਮਿਲਰਲੀ 1907 ਵਾਲਾ ਅੰਦੋਲਨ ਵੀ ਇਹ ਸਰਕਾਰ ਦੀ ਨੀਤੀ ਦੇ ਖਿਲਾਫ ਹੁੰਦਾ, ਇਹ ਕੋਈ ਰਾਜਨੀਤਿਕ ਨਹੀਂ ਹੁੰਦਾ। ਰਾਜਨੀਤਿਕ ਮੂਵਮੈਂਟ ਕੁਇਟ ਇੰਡੀਆ ਮੂਵਮੈਂਟ ਸੀਗੀ, ਹੋਰ ਮੂਵਮੈਂਟ ਸੀਗੀਆਂ, ਉਹ ਰਾਜਨੀਤਿਕ ਸੀਗੀਆਂ। ਪਰ ਆਹ ਮੂਵਮੈਂਟ ਜਿਹੜੇ ਕਿਸਾਨਾਂ ਦੇ ਸੀਗੇ, ਨਾ ਤਾਂ ਉੱਥੇ ਕਾਂਗਰਸ ਜਿਹੜੀ ਉਦੋਂ INC ਸੀ ਉਹ ਆਪਦਾ ਝੰਡਾ ਲੈ ਕੇ ਆਉਂਦੀ ਸੀ, ਨਾ RSS ਆਪਦਾ ਝੰਡਾ ਲੈ ਕੇ ਆਉਂਦੇ ਸੀ। ਸਾਰੇ ਇਕੱਠੇ ਹੋ ਕੇ ਮਿਲ ਕੇ ਹਰਾਉਂਦੇ ਸੀ ਸਮੇਂ ਦੀ ਸਰਕਾਰ ਨੂੰ, ਸਮੇਂ ਦੀ ਸਰਕਾਰ ਦੀ ਨੀਤੀ ਨੂੰ ਬੇਸਿਕਲੀ। ਅੱਛਾ, ਨੀਤੀ ਤੁਸੀਂ ਪਿੱਛੇ ਲਿਆਉਂਗੇ ਆਪਦੀ। ਅੱਛਾ ਕਰਨਵੀਰ ਸਿੰਘ, ਜੇ ਇੱਕ ਚੀਜ਼ ਹੁਣ ਇਹਦੇ ਨਾਲ ਦੂਜਾ ਐਂਗਲ ਜੋੜਨਾ ਹੋਵੇ, ਆਪਾਂ ਕਹਿ ਦਈਦਾ ਕਿ ਇੱਕ ਪਾਸੇ ਤਾਂ ਇਹੀ ਗੱਲ ਹੁਣ ਤੁਸੀਂ ਵੀ ਕਹਿ ਦਿੱਤੀ ਆ ਜਾਂ ਵੱਡੇ ਪੱਧਰ ਤੇ ਇਹੀ ਗੱਲ ਪ੍ਰਚਾਰੀ ਜਾਂਦੀ ਕਿ ਭਾਰਤ ਨੂੰ ਵੱਖ ਕਰਨ ਦੀ ਕੋਈ ਇਹਦੇ 'ਚ ਗੱਲ ਨਹੀਂ ਹੈ। ਪਰ ਹੁਣ ਜਿਹੜਾ ਧੜਾ ਜਾਂ ਜਿਹੜੇ ਲੋਕ ਇਹ ਸੋਚਦੇ ਨੇ ਕਿ ਸਾਡੀਆਂ ਜਿਹੜੀਆਂ ਮੁੱਢਲੀਆਂ ਮੰਗਾਂ ਨੇ ਜਾਂ ਸਾਡੇ ਜਿਹੜੇ ਮੁੱਢਲੇ ਅਧਿਕਾਰ ਨੇ ਜਾਂ ਜਿਹੜੇ ਸਾਡੇ ਦੇਸ਼ ਦੇ ਹੋਣ ਦੇ ਨਾਗਰਿਕ ਹੋਣ ਦੇ ਨਾਤੇ ਸਾਡੇ ਹੱਕ ਹੁੰਦੇ ਆ, ਜਦੋਂ ਉਹ ਸਾਨੂੰ ਪੂਰੇ ਨਾ ਮਿਲ ਰਹੇ ਹੋਣ, ਉਹਨਾਂ ਤੇ ਡਾਕੇ ਵੱਜ ਰਹੇ ਹੋਣ, ਤਾਂ ਫਿਰ ਅਸੀਂ ਵੱਖਰੀ ਸਟੇਟ ਦੀ, ਵੱਖਰੇ ਦੇਸ਼ ਦੀ ਡਿਮਾਂਡ ਕਿਉਂ ਨਾ ਕਰੀਏ? ਜਿਹੜੇ ਉਹ ਪੱਖ ਲੈ ਕੇ ਬੈਠੇ ਨੇ ਲੋਕ, ਉਹਨਾਂ ਨੂੰ ਕੀ ਜਵਾਬ ਦਿਓਗੇ? ਚਲੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੇਸ਼ ਦੀ। ਵੱਖਰਾ ਦੇਸ਼ ਤਾਂ ਪਰ ਚਲੋ ਬਾਅਦ ਚ ਆਊਗਾ, ਜਦੋਂ ਕੈਂਸਰ ਆਪਾਂ ਨੂੰ ਲੱਗ ਜਾਂਦਾ ਆਪਾਂ ਆਪਦਾ ਸਰੀਰ ਨਹੀਂ ਕਟਾਉਂਦੇ ਹੁੰਦੇ। ਪਹਿਲਾਂ ਗੱਲ ਕਰਦੇ ਹਾਂ ਕੈਂਸਰ ਨੂੰ ਇਲਾਜ ਕਰਨ ਦੀ। ਹੁਣ ਜਿਹੜੇ ਆਪਣੇ ਫਾਊਂਡਿੰਗ ਫਾਦਰ ਸੀਗੇ ਉਹਨਾਂ ਵਿੱਚੋਂ ਇੱਕ ਸੀਗੇ BR ਅੰਬੇਦਕਰ, ਜਿਨ੍ਹਾਂ ਨੂੰ ਇਹਨਾਂ ਨੇ 1990 ਤੱਕ ਇਹਨਾਂ ਨੇ ਭਾਰਤ ਰਤਨ ਵੀ ਦਿੱਤਾ ਹੈਗਾ, ਰਿਕਗਨੀਸ਼ਨ ਵੀ ਦਿੱਤੀ। ਉਹ ਇੰਨੇ ਸਿਆਣੇ ਸੀਗੇ। ਪਹਿਲੀ ਗੱਲ ਤਾਂ ਜਿਵੇਂ ਆਪਾਂ ਅਮਰੀਕਨ ਫਾਊਂਡਿੰਗ ਫਾਦਰ ਦੀ ਗੱਲ ਕਰਦੇ ਹਾਂ, ਉਹ ਆਪਾਂ ਨੂੰ ਇੰਡੀਅਨ ਫਾਊਂਡਿੰਗ ਫਾਦਰ ਜਿਹਨੇ ਸੰਵਿਧਾਨ ਬਣਾਇਆ ਉਹਨਾਂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਪੂਰਾ। ਜਦੋਂ ਭਾਰਤ ਦੇਸ਼ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਠੁਕਰਾ ਦਿੰਦੇ ਹਾਂ ਵੀ ਆਪਣੇ ਤੋਂ ਸਿਆਣਾ ਕੋਈ ਹੈ ਹੀ ਨਹੀਂ। ਪਹਿਲਾਂ ਇੱਕ ਵਾਰੀ ਦੇਸ਼ ਦੇ ਸੰਵਿਧਾਨ ਨੂੰ ਪੜ੍ਹਿਆ ਤਾਂ ਜਾਵੇ ਨਾ। ਸੋ ਸੰਵਿਧਾਨ ਦੇ ਵਿੱਚ 1925 ਦੇ ਵਿੱਚ RSS ਦਾ ਸੰਗਠਨ ਹੋਇਆ, ਮੰਨ ਲਓ। ਉਹੀ ਸੇਮ ਵਿਜੇ ਦਸ਼ਮੀ ਦੇ ਦਿਨ 1956 ਦੇ ਵਿੱਚ 31 ਸਾਲਾਂ ਬਾਅਦ ਨਾਗਪੁਰ, ਮੈਂ ਕਹਿੰਦਾ ਨਾਗਪੁਰ ਨੂੰ ਇੱਕ ਤੀਰਥ ਸਥਾਨ ਬਣਾਉਣਾ ਚਾਹੀਦਾ ਜਿੱਥੇ 0 ਮਾਈਲ ਰੋਡ ਹੈ, ਜਿੱਥੋਂ ਦੇਸ਼ ਦੇ ਨਕਸ਼ੇ ਵੀ ਸਾਰੇ ਉੱਥੇ ਬਣਾਏ ਗਏ, ਮੈਪਸ ਸਾਰੇ ਉੱਥੇ ਹੀ। ਪੋਲੀਟੀਕਲ ਮੈਪ ਵੀ ਡਿਸਾਈਡ ਕਰਦਾ ਹੈਗਾ। ਅੱਜ ਵੀ ਨਾਗਪੁਰ ਤੋਂ ਬਹੁਤ ਇਹੋ ਜਿਹੀਆਂ ਵੌਇਸਿਸ ਨਿਕਲਦੀਆਂ ਨੇ ਜਿਹੜੀਆਂ ਪੋਲੀਟੀਕਲੀ ਬਹੁਤ ਜ਼ਿਆਦਾ ਇਨਫਲੂਐਂਸ਼ੀਅਲ ਨੇ। ਸੋ ਉਦੋਂ ਹੀ ਉਹਨਾਂ ਨੇ ਸਮਝ ਲਿਆ ਸੀਗਾ, BR ਅੰਬੇਦਕਰ ਸਾਹਿਬ ਨੇ। ਉਹ ਕਹਿੰਦੇ ਸੀਗੇ ਵੀ ਮੈਂ ਜਾਤ ਪਾਤ ਦੇ ਅਗੇਂਸਟ ਆ। ਜਿਵੇਂ ਆਪਾਂ ਸਿੱਖਾਂ ਨੂੰ ਵੀ ਲੱਗਦਾ ਵੀ ਆਪਣੇ ਨਾਲ ਮੰਨ ਲਓ ਧੱਕਾ ਹੁੰਦਾ, ਕਿਸੇ ਆਪਣੇ ਸਿੱਖ ਭਾਈ ਨੂੰ ਲੱਗਦਾ, ਉਵੇਂ ਉਹ ਦਲਿਤ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਦਲਿਤ ਨਾਲ ਧੱਕਾ ਹੁੰਦਾ। ਉਹ ਕਹਿੰਦੇ ਪੈਦਾ ਤਾਂ ਹਿੰਦੂ ਹੋਇਆ ਪਰ ਮੈਂ ਹਿੰਦੂ ਮਰੂੰਗਾ ਨਹੀਂ। ਉਹਨਾਂ ਨੇ ਵਿਜੇ ਦਸ਼ਮੀ ਵਾਲੇ ਦਿਨ 1956 ਦੇ ਵਿੱਚ ਉੱਥੇ ਦੀਕਸ਼ਾ ਭੂਮੀ ਦਾ ਨਿਰਮਾਣ ਕੀਤਾ ਨਾਗਪੁਰ ਦੇ ਵਿੱਚ, ਸਮਝ ਰਹੇ ਨਾ। ਤੇ ਨਾਗਪੁਰ ਦੇ ਵਿੱਚ ਪਹਿਲੇ ਕਹਿ ਲਓ ਵੀ ਹੁਣ ਤੱਕ ਦਾ ਵਰਲਡ ਰਿਕਾਰਡ ਹੈ, 6 ਲੱਖ ਤੋਂ ਵੱਧ ਹਿੰਦੂ ਜਿਹੜਾ ਦਲਿਤ ਸੀਗਾ ਉਹਨੂੰ ਕਨਵਰਟ ਕੀਤਾ ਬੌਧ ਧਰਮ ਦੇ ਵਿੱਚ, ਠੀਕ ਹੈ ਨਾ, ਤੇ ਬਰਾਬਰੀ ਕਰਕੇ ਦਿਖਾਇਆ। ਸੋ ਕਹਿਣ ਤੋਂ ਭਾਵ ਜਦੋਂ ਮੈਂ ਪੂਰਾ ਇਹ ਟ੍ਰਿਪ ਕਰਕੇ ਆਇਆ ਇੰਡੀਆ ਦਾ, ਜੇ ਤੁਸੀਂ ਮੇਰੀ ਵੀਡੀਓਜ਼ ਦੇਖੋ, ਮੈਂ ਇਹਨਾਂ ਸਕੂਨ ਦੇ ਵਿੱਚ ਬੈਠਾ, ਮੈਨੂੰ ਇਹ ਪਤਾ ਮੇਰਾ ਦੇਸ਼ ਖਤਰੇ 'ਚ ਨਹੀਂ ਪਾ ਸਕਦਾ ਕੋਈ ਵੀ, ਚਾਹੇ ਇਹ ਕੁਛ ਵੀ ਨੀਤੀਆਂ ਫੈਸਿਜ਼ਮ ਦੀਆਂ ਬਣਾ ਲੈਣ, ਚਾਹੇ ਇਹ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਏ ਬਿਨਾਂ ਸੰਵਿਧਾਨ ਦੀਆਂ ਧੱਜੇ ਉਡਾ ਕੇ ਸਾਰੇ ਬਿੱਲ ਬਣਾ ਲੈਣ, ਪਰ ਆਪਣਾ ਸੰਵਿਧਾਨ ਤਾਂ ਵੀ ਲਾਗੂ ਰਹੂਗਾ। ਆਪਾਂ ਨੂੰ ਦੂਜਾ ਮੁਲਕ ਹਜੇ ਦੇਖਣ ਦੀ ਲੋੜ ਨਹੀਂ ਹੈਗੀ। ਨਾਲੇ ਦੂਜਾ ਮੁਲਕ ਵਾਲੀ ਗੱਲ ਜਿਹੜੀ ਹੈਗੀ ਹੈ ਉਹਦੇ ਉੱਤੇ ਵੀ ਜੇ ਕੋਈ ਗੱਲ ਕਰਦਾ, ਮੈਂ ਇਹ ਕਹਿਣਾ ਹੈਗਾ ਜਿਵੇਂ ਅਮਰੀਕਾ, ਕੈਨੇਡਾ ਦੇ ਵਿੱਚ ਹਰੇਕ ਜਗ੍ਹਾ ਤੇ ਫਰੀਡਮ ਆਫ ਸਪੀਚ ਹੈਗੀ, ਆਪਾਂ ਆਜ਼ਾਦ ਹਾਂ, ਠੀਕ ਹੈ ਨਾ। ਮੈਂ ਇਹ ਨਹੀਂ ਕਹਿਣਾ ਹੈਗਾ ਲੋਕਾਂ ਨੂੰ ਪਰਸੀਕਿਊਟ ਕਰੋ ਉਹ ਚੀਜ਼ਾਂ ਵਾਸਤੇ। ਜੇ ਕੋਈ ਬੰਦਾ ਸ਼ਾਂਤਮਈ ਤਰੀਕੇ ਨਾਲ ਇਹੋ ਜਿਹੀ ਕੋਈ ਗੱਲ ਕਹਿੰਦਾ ਹੈਗਾ, ਉਹਨੂੰ ਗੱਲ ਕਹਿਣ ਦਾ ਹੱਕ ਹੈਗਾ, ਪਰ ਉਹਦੇ ਨਾਲ ਗੱਲ ਤਾਂ ਕਰੋ। ਉਹ ਇਹੋ ਜਿਹੇ ਵਿਚਾਰ ਕਿਉਂ ਰੱਖਦਾ, ਉਹਦੇ ਨਾਲ ਕੀ ਇਨਜਸਟਿਸ ਹੋਇਆ? ਸੋ ਇਨਜਸਟਿਸ ਜਦੋਂ ਵੱਧ ਜਾਂਦਾ ਹੱਦੋਂ ਵੱਧ, ਉਦੋਂ ਲੋਕ ਇਹੋ ਜਿਹੀਆਂ ਮੰਗਾਂ ਰੱਖਦੇ ਨੇ। ਸੋ ਇਨਜਸਟਿਸ ਨੂੰ ਜੇ ਆਪਾਂ ਉੱਥੇ ਜਸਟਿਸ ਡਿਲੀਵਰ ਕਰਦੀ ਆਪਾਂ, ਬਿਕਾਜ਼ ਦੇ ਸੇ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਹੁਣ ਇੰਨੇ ਸਾਲ ਹੋ ਗਏ, 84 ਦੇ ਵਿੱਚ ਇੰਨਾ ਕਤਲੇਆਮ ਹੋਇਆ, ਚੀਜ਼ਾਂ ਹੋਈਆਂ, ਉਹਦਾ ਜੇ ਜਸਟਿਸ ਹੀ ਦੇ ਦੇ ਸਰਕਾਰ, ਮੌਕੇ ਦੀ ਸਰਕਾਰ ਦੇ ਦੇ। ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਵੀ ਅਸੀਂ ਦਵਾਵਾਂਗੇ, ਜੋ ਦਵਾ ਦੇਣ ਉਹਦੇ ਨਾਲ ਇੱਕ ਅਖੰਡਤਾ ਦੀ ਫੀਲਿੰਗ ਦੁਬਾਰਾ ਆਉਂਦੀ ਹੈ। ਸੋ ਇਹ ਇਹਨਾਂ ਨੂੰ ਕਰਨਾ ਚਾਹੀਦਾ ਸਰਕਾਰ ਨੂੰ, ਤਾਂ ਕਿ ਉਹਦੇ ਨਾਲ ਉਹੋ ਜਿਹੇ ਵੌਇਸਿਸ ਨੂੰ ਆਪਾਂ ਆਪਦੇ ਨਾਲ ਜੋੜ ਸਕੀਏ ਦੇਸ਼ ਦੇ ਵਿੱਚ, ਹੈ ਨਾ। ਸੋ ਨਾ ਕਿ ਦੇਸ਼ ਨੂੰ ਤੋੜਿਆ ਜਾਵੇ, ਬਲਕਿ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਨੂੰ ਦੁਬਾਰਾ ਤੋਂ ਸਟਰੋਂਗ ਇੱਕ ਕੰਟਰੀ ਬਣਾਇਆ ਜਾਵੇ, ਜੋ ਕਿ ਇੰਡੀਆ ਆਲਰੇਡੀ ਬਹੁਤ ਸਟਰੋਂਗ ਕੰਟਰੀ ਹੈ, ਬਹੁਤ ਸਟੇਬਲ ਕੰਟਰੀ ਹੈਗਾ, ਪਰ ਫਿਲਹਾਲ ਜਿਹੜੇ ਤਰੀਕੇ ਸਰਕਾਰ ਨੇ ਅਪਣਾਏ ਨੇ ਉਹ ਉਧਰ ਨੂੰ ਨਹੀਂ ਲੈ ਕੇ ਜਾਂਦੇ ਦਿੱਤੇ ਆਪਾਂ ਨੂੰ। ਅੱਛਾ, ਤੁਹਾਡੀ ਪੋਲੀਟੀਕਲ ਅਲਾਈਨਮੈਂਟ ਕਿਸੇ ਖਾਸ ਪਾਰਟੀ ਜਾਂ ਕਿਸੇ ਖਾਸ ਏਜੰਡੇ ਦੇ ਨਾਲ ਹੋਵੇ ਜਿਹੜੀ ਪਰਸਨਲ ਤੌਰ ਦੇ ਉੱਤੇ ਤੁਸੀਂ ਸੋਚਦੇ ਹੋ? ਦੇਖੋ ਜੀ, ਕਿਸਾਨ ਜਿਹੜੇ ਹੁੰਦੇ ਨੇ ਉਹ ਨਾਨ ਪੋਲੀਟੀਕਲ ਹੁੰਦੇ ਨੇ। ਸੋ ਮੈਂ ਬਿਲਕੁਲ ਹੀ ਕਿਸੇ ਨੂੰ ਪੋਲੀਟੀਕਲੀ ਇੰਡੋਰਸ ਨਹੀਂ ਕਰਦਾ ਹੈਗਾ, ਕਿਉਂਕਿ ਮੈਂ ਤਾਂ ਬਲਕਿ ਕਾਫੀ ਵਾਰੀ ਇਹ ਕਹਿ ਚੁੱਕਿਆ ਹੈਗਾ ਵੀ 20-25 ਸਾਲਾਂ ਤੋਂ ਜੰਗ ਚੱਲ ਰਹੀ ਹੈ MSP ਦੀ, ਮਿਨੀਮਮ ਸਪੋਰਟ ਪ੍ਰਾਈਸ ਦੀ ਗਾਰੰਟੀ ਵਾਲਾ ਕਾਨੂੰਨ ਬਣੇ। ਸੋ ਇਹ ਕੋਈ ਅੱਜ ਦੀ ਮੰਗ ਨਹੀਂ, ਕਾਂਗਰਸ ਵਾਲੇ ਬਣਾ ਦਿੰਦੇ ਤਾਂ ਆਪਾਂ ਨੂੰ ਇਹ ਕੰਮ ਕਾਂਗਰਸ 'ਚ ਹੋ ਜਾਣਾ ਸੀਗਾ। ਉਹਨਾਂ ਨੇ ਕੀਤਾ ਨਹੀਂ ਹੈਗਾ।
ਇਹ ਉਹ ਤੋਂ ਬਾਅਦ 2014 ਦੇ ਮੈਨੀਫੈਸਟੋ ਦੇ ਵਿੱਚ ਇਹ ਸਰਕਾਰ ਨੇ ਕਿਹਾ, 2019 ਦੇ ਮੈਨੀਫੈਸਟੋ 'ਚ ਵਾਰ-ਵਾਰ ਗੁਜਰਾਤ ਦੇ ਜਦੋਂ ਸੀਐਮ ਵਾਸਤੇ ਆਪਣੇ ਜਿਹੜੇ ਮੌਜੂਦਾ ਪ੍ਰਾਈਮ ਮਿਨਿਸਟਰ ਨੇ ਮਾਨਨੀय ਨਰਿੰਦਰ ਮੋਦੀ ਜੀ ਜਦੋਂ ਰਨ ਕਰ ਰਹੇ, ਉੱਥੇ ਇਹਨਾਂ ਨੇ ਕਿਹਾ ਵਾਰੀ-ਵਾਰੀ ਜੇ ਇਹ ਆਪਦੇ ਵਾਅਦਾ ਹੀ ਪੂਰਾ ਕਰ ਦੇਣਾ MSP ਵਾਲਾ, ਸੋ ਆਪਾਂ ਨੂੰ ਲੋੜ ਹੀ ਨਹੀਂ ਸੀ ਪੈਣੀ ਸਰਕਾਰ ਬਦਲਣ ਦੀ। ਸੋ ਮੈਂ ਇਹ ਕਹਿਣਾ ਵੀ ਹਰੇਕ ਬੰਦਾ ਉਹਦਾ ਸੋਚ ਸਮਝ ਕੇ ਵੋਟ ਪਾਵੇ। ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਇੰਡੋਰਸ ਨਹੀਂ ਕਰਦਾ, ਕਿਉਂਕਿ ਜਿਸ ਦਿਨ ਕਿਸਾਨ ਨੇਤਾ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇੰਡੋਰਸ ਕਰਤਾ ਜਾਂ ਕਿਸੇ ਵੀ ਜਿਵੇਂ ਚੌਧਰੀ ਚਰਨ ਸਿੰਘ ਸੀਗੇ ਆਪਣੇ ਪਹਿਲੇ ਕਹਿ ਲਓ ਵੀ ਕਿਸਾਨ ਪ੍ਰਾਈਮ ਮਿਨਿਸਟਰ ਕਹਿ ਸਕਦੇ ਆਪਾਂ, ਉਹ ਕਹਿੰਦੇ ਸੀ ਜਿੱਦੇ ਸਰਕਾਰ ਤੇ ਮੀਡੀਆ ਮੈਨੂੰ ਵਧੀਆ ਕਹਿਣ ਲੱਗ ਗਈ ਮਤਲਬ ਮੈਂ ਵਿਕ ਗਿਆ। ਸੋ ਆਪਾਂ ਤਾਂ ਪੋਲੀਟੀਕਲ ਹੋ ਹੀ ਨਹੀਂ ਸਕਦੇ। ਕਿਸਾਨ ਬੰਦਾ ਤਾਂ ਕਿਸਾਨਾਂ ਦੀ ਉਹ ਗੱਲ ਕਰੇ, ਪੋਲੀਟੀਕਲ ਗੱਲ ਜਾਂ ਕਿਸੇ ਨੂੰ ਇੰਡੋਰਸ ਕਰਨ ਦਾ ਕੋਈ ਫਾਇਦਾ ਨਹੀਂ। ਕੱਲ ਨੂੰ ਕੋਈ ਵੀ ਆਪਾਂ ਨੂੰ ਵੇਚ ਸਕਦਾ। ਸੋ ਦੋਸਤੋ ਇੱਕ ਵਾਰੀ ਫਿਰ ਦੱਸ ਦਿੰਦੇ, ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਤੇ ਕਰਨਵੀਰ ਸਿੰਘ ਹੋਰੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਇੱਥੇ, ਇਹਨਾਂ ਨੇ ਪੰਜਾਬ 'ਚ ਨਾ ਸਿਰਫ ਪੰਜਾਬ 'ਚ ਬਲਕਿ ਪੂਰੇ ਭਾਰਤ ਭਰ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਵੱਡੇ ਪੱਧਰ ਦੇ ਉੱਪਰ ਗਏ ਨੇ ਆਪਣੀ ਰੈਲੀਜ਼ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਫਿਰ ਆਪਣੇ ਇੱਕ ਟੂਰ ਦੇ ਰੂਪ ਦੇ ਵਿੱਚ, ਤੇ ਕੈਨੇਡਾ ਅਮਰੀਕਾ ਜਾਂ ਹੋਰ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਆਪਣੇ ਇਸ ਸੰਸਥਾ ਦੇ ਬੈਨਰ ਹੇਠ ਕੰਮ ਕਰਦੇ ਆ ਰਹੇ ਨੇ। ਤੇ ਇਹਨਾਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋ ਰਹੀ ਹੈ, ਇੱਕ ਕਈ ਦਫਾ ਅਸੀਂ ਦੇਖਦੇ ਹੁੰਦੇ ਹਾਂ ਕਿ ਕਈ ਵਾਰ ਅਸੀਂ ਇਹ ਗੱਲ ਕਹਿ ਕੇ ਖਹਿੜਾ ਜਿਹਾ ਛਡਾਉਣ ਦੀ ਕਰਨਵੀਰ ਬਾਈ ਗੱਲ ਕਰਦੇ ਹੁੰਦੇ ਕਿ ਜਿਹੜਾ ਇੱਦਾਂ ਦੇ ਅੰਦੋਲਨ ਹੈ ਉਹ ਬਜ਼ੁਰਗਾਂ ਦੇ ਹੀ ਛੇੜੇ ਹੋਏ ਨੇ ਤੇ ਬਜ਼ੁਰਗ ਹੀ ਉਹਨੂੰ ਨੇਪਰੇ ਚਾੜਨਗੇ। ਪਰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਯੂਥ ਤੁਹਾਡੇ ਵਰਗੇ, ਔਰ ਬੇਸ਼ੱਕ ਕੋਈ ਤੁਹਾਡੇ ਵਿਚਾਰਾਂ ਨਾਲ ਥੋੜ੍ਹਾ ਬਹੁਤਾ ਡਿਫਰ ਕਰਦਾ ਹੈ, ਚਾਹੇ ਕੋਈ ਸਹਿਮਤ ਹੁੰਦਾ, ਪਰ ਜਦੋਂ ਇਸ ਤਰੀਕੇ ਦੇ ਨਾਲ ਔਰ ਪੂਰੀ ਲਰਨਡ ਤਰੀਕੇ ਦੇ ਨਾਲ, ਪੂਰੇ ਐਜੂਕੇਟਡ ਤਰੀਕੇ ਦੇ ਨਾਲ ਤੁਸੀਂ ਜਿਵੇਂ ਗੱਲ ਕਰਦੇ ਹੋ ਔਰ ਇੱਕ ਆਪਣੀ ਸੋਚ ਨੂੰ, ਇੱਕ ਆਪਣੀ ਵਿਚਾਰਧਾਰਾ ਨੂੰ ਪ੍ਰੋਪਰ ਮੰਨ ਕੇ ਔਰ ਪ੍ਰੋਪਰ ਉਹਨੂੰ ਉਹਦੇ ਵਿੱਚ ਪੱਕੇ ਹੋ ਕੇ ਤੁਰਦੇ ਹੋ, ਤਾਂ ਫਿਰ ਉਹ ਸਾਡੇ ਸਾਰਿਆਂ ਦੇ ਲਈ ਖੁਸ਼ੀ ਦਾ ਸਬਬ ਵੀ ਹੋਣਾ ਚਾਹੀਦਾ। ਪਰ ਨਾਲ ਹੀ ਹੁਣ ਅਗਲਾ ਪੁਆਇੰਟ ਜੇਕਰ ਮੈਂ ਜੋੜਾ ਮੰਨ ਲੈਂਦੇ ਕਿ ਆਪਾਂ ਕਹਿੰਦੇ ਵੀ ਇਸ ਵੇਲੇ ਯੂਥ ਵਰਸਸ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕਾਮਰੇਡ ਪੁਣਾ ਜਾਂ ਫਿਰ ਕਾਮਰੇਡ ਹੋਣਾ ਜਾਂ ਫਿਰ ਆਪਣੇ ਜਿਹੜਾ ਕਿਸੇ ਇੱਕ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਣਾ ਜਾਂ ਕਿਸੇ ਇੱਕ ਆਈਡੀਓਲੋਜੀ ਦੇ ਨਾਲ ਜੁੜੇ ਹੋਣਾ, ਐਗਰੈਸ਼ਨ ਦਾ ਹੋਣਾ ਜਾਂ ਫਿਰ ਆਪਣਾ ਸ਼ਾਂਤਮਈ ਤਰੀਕੇ ਨਾਲ ਹੋਣਾ, ਇਹ ਬਹੁਤ ਸਾਰੀਆਂ ਦੁਵਿਧਾਵਾਂ ਨਾਲ ਦੀ ਨਾਲ ਚੱਲ ਰਹੀਆਂ ਨੇ ਇਸ ਅੰਦੋਲਨ ਦੇ ਵਿੱਚ। ਸੋ ਕਿਹੜਾ ਰਸਤਾ ਠੀਕ ਹੈ, ਕਿਹੜਾ ਗਲਤ ਹੈ? ਕੋਈ ਕਹਿੰਦਾ ਜੀ ਜੋ ਕਿਸਾਨ ਜਥੇਬੰਦੀਆਂ ਕਰ ਰਹੀਆਂ ਉਹ ਠੀਕ ਹੋ ਰਿਹਾ, ਕੋਈ ਕਹਿੰਦਾ ਜੀ ਜੋ ਲੱਖਾ ਸਿਧਾਣਾ, ਦੀਪ ਸਿੱਧੂ ਜਾਂ ਹੋਰ ਜਿਹੜੇ ਕੁਛ ਗਰਮ ਖਿਆਲੀ ਲੋਕ ਨੇ ਜੋ ਉਹ ਚਾਹੁੰਦੇ ਨੇ ਅਗਰੈਸਿਵਲੀ ਇਹ ਮੂਵਮੈਂਟ ਚੱਲਣੀ ਚਾਹੀਦੀ ਹੈ, ਉਹ ਠੀਕ ਨੇ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਅਸੀਂ ਆਪਸ ਦੇ ਵਿੱਚ ਬੜਾ ਦੁਫਾੜ ਜਿਹਾ ਮਾਹੌਲ ਸਿਰਜ ਦਿੱਤਾ ਆਲੇ ਦੁਆਲੇ। ਤੁਸੀਂ ਕੀ ਸੋਚਦੇ ਹੋ ਇਸ ਸਾਰੇ ਪੁਆਇੰਟ ਦੇ ਉੱਤੇ? ਦੇਖੋ ਭਾਈ, ਜਿਵੇਂ ਤੁਸੀਂ ਕਿਹਾ ਡਿਫਰੈਂਸ ਆਫ ਓਪੀਨੀਅਨ ਹੋਣਾ, ਮੈਂ ਕਹਿੰਦਾ ਡਿਫਰੈਂਸ ਆਫ ਓਪੀਨੀਅਨ ਹੋਣਾ ਸਭ ਤੋਂ ਵੱਡੀ ਇੱਕ ਡੈਮੋਕ੍ਰੇਸੀ ਦੀ ਅਚੀਵਮੈਂਟ ਹੈ। ਵੀ ਜਦੋਂ ਸਭ ਤੋਂ ਅੱਡ-ਅੱਡ ਵਿਚਾਰਾਂ ਦੇ ਲੋਕ, ਚਾਹੇ ਉਹ ਲਾਅ ਮੇਕਿੰਗ ਦੇ ਵਿੱਚ ਨੇ, ਚਾਹੇ ਉਹ ਵਧੀਆ ਗਵਰਨੈਂਸ ਦੇਣ ਦੇ ਵਿੱਚ ਨੇ, ਚਾਹੇ ਉਹ ਅੰਦੋਲਨ ਦੇ ਵਿੱਚ ਪ੍ਰੋਟੈਸਟ ਕਰਨ ਵਾਸਤੇ ਨੇ, ਜਦੋਂ ਵੱਖ-ਵੱਖ ਵਿਚਾਰਧਾਰਾ ਦੇ ਲੋਕ ਆਉਣਗੇ, ਉਹਨਾਂ ਦੇ ਜਿਵੇਂ ਆਪਣੇ ਗੁਰੂ ਸਾਹਿਬ ਨੇ ਕਿਹਾ ਵੀ ਸੰਗਤ ਸਭ ਤੋਂ ਉੱਤੇ ਹੈ, ਇਹਦਾ ਮਤਲਬ ਇਹ ਥੋੜ੍ਹੀ ਹੈਗਾ ਵੀ ਜਿਹੜੇ ਸੰਗਤ 'ਚ ਲੋਕ ਬੈਠੇ ਉਹਨਾਂ ਦਾ ਵਿਚਾਰ ਸਾਰਾ ਸੇਮ ਹੈ। ਪਰ ਜਦੋਂ ਸਾਂਝਾ ਮਤਾ ਪਾਸ ਕਰਨਗੇ, ਕੋਈ ਇਹੋ ਜਿਹੀ ਚੀਜ਼ ਜਿਹਦੇ ਉੱਤੇ ਮਤਲਬ ਚਾਹੇ ਵੋਟਿੰਗ ਕਰਕੇ, ਚਾਹੇ ਕੋਈ ਵੀ ਜਮਹੂਰੀਅਤ ਵਾਲੇ ਤਰੀਕੇ ਨਾਲ ਉਹ ਇੱਕ ਚੀਜ਼ ਉੱਤੇ ਆਪਦੀ ਕਹਿ ਲਓ ਵੀ ਸਹਿਮਤੀ ਬਣਾਉਣਗੇ ਸਾਰੇ, ਉਹ ਸਭ ਤੋਂ ਵਧੀਆ ਹੁੰਦਾ। ਇਹਦੇ ਵਿੱਚ ਮੈਂ ਇਹ ਕਹਿਣਾ ਵੀ ਕਿਸੇ ਨੂੰ ਵੀ ਵਰਗ ਨੂੰ ਬਾਹਰ ਛੱਡਣਾ ਗਲਤ ਹੋਊਗਾ, ਕਿਉਂਕਿ ਜਦੋਂ ਆਪਾਂ ਆਜ਼ਾਦੀ ਦੀ ਲੜਾਈ ਵੀ ਆਪਾਂ ਦੇਖੀ, ਆਪਾਂ ਲੜ ਰਹੇ ਸੀ, ਉਹ ਜੋ ਨੇਤਾ ਜੀ ਸੁਭਾਸ਼ ਚੰਦਰ ਬੋਸ ਵੀ ਸੀਗੇ, ਨਹਿਰੂ ਵਾਲੇ ਵੀ ਸੀਗੇ, ਗਾਂਧੀ ਦੇ ਵਿਚਾਰਧਾਰਾ ਵਾਲੇ ਵੀ ਸੀਗੇ, RSS ਦੀ ਵਿਚਾਰਧਾਰਾ ਵਾਲੇ ਵੀ ਸੀਗੇ, ਹੋਰ ਵੀ ਇੰਨੀਆਂ ਵਿਚਾਰਧਾਰਾ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਦੇਸ਼ ਨੂੰ ਆਜ਼ਾਦੀ ਵਾਸਤੇ ਲੜਿਆ। ਪਰ ਏਜੰਡਾ ਇਕੱਠਾ ਸੀਗਾ ਵੀ ਆਜ਼ਾਦੀ ਲੈਣੀ ਹੈ, ਉਵੇਂ ਏਜੰਡਾ ਇੱਕੋ ਹੀ ਹੈ, ਅੰਦੋਲਨ ਜਿਤਾਉਣਾ। ਪਰ ਇਹ ਅੱਡ-ਅੱਡ ਵਿਚਾਰਧਾਰਾ ਹੋਣੀਆਂ ਆਈ ਥਿੰਕ ਮੇਰੇ ਹਿਸਾਬ ਨਾਲ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜੇ ਕੋਈ ਸਾਰੇ ਸੋਚਦੇ ਨੇ ਇੱਕ ਵਿਚਾਰਧਾਰਾ ਹੀ ਹੋਵੇ ਅੰਦੋਲਨ ਦੀ, ਸੋ ਮੈਨੂੰ ਲੱਗਦਾ ਉਹਦੇ ਨਾਲ ਅੰਦੋਲਨ ਨੂੰ ਨੁਕਸਾਨ ਹੋਊਗਾ। ਕਿਉਂਕਿ ਹੁਣ ਤੁਸੀਂ ਆਪਾਂ ਇੱਕ ਮਿੰਟ ਵਾਸਤੇ ਐਗਜ਼ਾਮਪਲ ਲੈ ਕੇ ਦੇਖਦੇ ਹਾਂ, ਆਪਾਂ ਵਾਰੀ-ਵਾਰੀ ਕਹਿੰਦੇ ਹਾਂ ਵੀ ਐਗਰੀਕਲਚਰ ਇੱਕ ਸਟੇਟ ਮੈਟਰ ਹੈ, ਇਹਦੇ ਵਿੱਚ ਸੈਂਟਰ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਹੁਣ ਸਟੇਟ ਮੈਟਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹਰੇਕ ਸਟੇਟ 'ਚ ਕਿੰਨੇ ਇਸ਼ੂਜ਼ ਨੇ। ਹਿਮਾਚਲ ਪ੍ਰਦੇਸ਼ ਦੇ ਕਿਸਾਨ ਤੋਂ ਉਹਨਾਂ ਦੀ ਬਿਜਲੀ ਖਰੀਦੀ ਜਾਂਦੀ ਹੈ, ਸਭ ਤੋਂ ਵੱਡਾ ਪ੍ਰੋਡਿਊਸਰ ਇਲੈਕਟ੍ਰਿਸਿਟੀ ਦਾ ਹਿਮਾਚਲ ਪ੍ਰਦੇਸ਼ ਹੈ। 2 ਰੁਪਏ ਦਾ ਉਹਨਾਂ ਦੀ ਬਿਜਲੀ ਖਰੀਦ ਕੇ 6 ਰੁਪਏ ਦੀ ਉਹਨਾਂ ਨੂੰ ਵਾਪਸ ਵੇਚ ਦਿੰਦੇ ਨੇ। ਉਹਨਾਂ ਵਾਸਤੇ ਉਹ ਵੀ ਇੱਕ ਇਸ਼ੂ ਹੈ। ਅਸਾਮ ਦੇ ਕਿਸਾਨ ਵਾਸਤੇ ਕੀ ਪਤਾ ਕੋਈ ਇਸ਼ੂ ਉਹਦੇ ਉੱਤੇ ਹੈਗਾ, ਤੁਹਾਡੇ ਜਿਹੜਾ ਆਪਣਾ 30 ਦੇ ਉੱਤੇ ਹੈਗਾ ਵੀ ਉਹਨੇ ਚਾਹ ਦੀ ਖੇਤੀ ਦੇ ਉੱਤੇ ਕੋਈ ਇਸ਼ੂ ਹੈ। ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਇਸ਼ੂ ਇਰੀਗੇਸ਼ਨ ਦਾ ਹੈਗਾ, ਜਿੱਥੇ ਉੱਥੇ ਡਰੌਟ ਹੀ ਚੱਲ ਰਿਹਾ ਬਹੁਤ ਜ਼ਿਆਦਾ। ਜਿਵੇਂ ਕਿ ਕੈਲੀਫੋਰਨੀਆ ਦੇ ਵਿੱਚ ਪਿੱਛੇ ਨਹੀਂ ਆਉਂਦਾ ਹੈਗਾ ਪਾਣੀ, ਉਹ ਜਿਹੜੇ ਮਾਊਂਟੇਨਸ ਨੇ ਉਹਨਾਂ ਤੋਂ ਪਿੱਛੇ ਕਦੇ ਆਉਂਦਾ ਨਹੀਂ ਹੈਗਾ ਬਾਰਿਸ਼, ਤਾਂ ਹੀ ਤਾਂ ਡੈਥ ਵੈਲੀ ਹੈ ਪਿੱਛੇ। ਉਹੀ ਸੇਮ ਵੈਸਟਰਨ ਘਾਟਸ ਹੈ, ਵੈਸਟਰਨ ਘਾਟ ਦੇ ਪਹਾੜਾਂ ਤੋਂ ਪਿੱਛੇ ਕਦੇ ਪਾਣੀ ਹੀ ਨਹੀਂ ਆਇਆ। ਸੋ ਹਰੇਕ ਚੀਜ਼ ਦਾ ਇਸ਼ੂ ਹੈ ਹਰੇਕ ਬੰਦੇ ਦਾ ਆਪਦਾ। ਸੋ ਡਿਫਰੈਂਟ ਵਿਚਾਰਧਾਰਾ ਹੋਣੀ ਆਈ ਥਿੰਕ ਇਜ਼ ਵੈਰੀ ਵੈਰੀ ਗੁੱਡ। ਤੇ ਹਰੇਕ ਬੰਦੇ ਦੇ, ਕਿਸਾਨ ਦੇ ਆਪਦੇ ਇਸ਼ੂਜ਼ ਨੇ, ਉਹਨਾਂ ਨੂੰ ਸਟੇਟ ਸਰਕਾਰਾਂ ਹੈਲਪ ਕਰ ਸਕਦੀਆਂ ਨੇ ਤੇ ਉਨੀ ਇੱਕ ਲਿਬਰਟੀ ਵੀ ਸੈਂਟਰ ਸਰਕਾਰ ਦੇਵੇ। ਸੋ ਮੈਂ ਤਾਂ ਇਹ ਮੰਨਦਾ ਹੈਗਾ ਵੀ ਸਾਰਿਆਂ ਨੂੰ ਅੱਡ-ਅੱਡ ਵਿਚਾਰਧਾਰਾ ਨੂੰ ਜੋੜ ਕੇ ਇਕੱਠੇ ਇਹ ਜੰਗ ਨੂੰ ਜਿੱਤੀਏ। ਤਿੰਨੇ ਕਾਨੂੰਨ, ਜਿਹੜਾ ਮੇਨ ਮੁੱਦਾ ਹੈਗਾ ਤਿੰਨੇ ਕਾਨੂੰਨ ਰੱਦ ਕਰਵਾਉਣ ਦਾ, ਤੇ MSP ਦਾ ਜਿਹੜਾ ਕਾਨੂੰਨ ਹੈਗਾ ਰਿਟਨ ਗਰੰਟੀ ਬਣਾਉਣ ਦਾ, ਉਹ ਤਾਂ ਸਾਰਿਆਂ ਦਾ ਸਾਂਝਾ ਮੁੱਦਾ ਹੈ।
ਉਹ ਤੋਂ ਬਿਨਾਂ ਜਿਹੜੇ ਸਟੇਟਾਂ ਦੇ ਆਪਦੇ ਮੁੱਦੇ ਹੋਣਗੇ ਉਹ ਉਵੇਂ ਸੋਲਵ ਕੀਤੇ ਜਾਣਗੇ। ਅੱਛਾ, ਆਪਣੇ ਨਾਲ ਇੱਕ ਦੋ ਕਾਲਰ ਵੀ ਨੇ, ਆਪਾਂ ਉਹਨਾਂ ਦੀਆਂ ਕਾਲਸ ਵੀ ਲੈਂਦੇ ਹਾਂ ਤੇ ਅਗਲੇ ਹਿੱਸੇ 'ਚ ਮੈਂ ਕੋਸ਼ਿਸ਼ ਕਰਦਾ ਥੋੜਾ ਜਿਹਾ, ਜੇਕਰ ਆਪਾਂ ਗੱਲ ਕਰਨੀ ਹੋਵੇ ਇਸ ਵੇਲੇ ਕਿ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਇਸ ਵੇਲੇ ਥੋੜਾ ਜਿਹਾ ਸਥਿਤੀ ਇਦਾਂ ਦੀ ਬਣੀ ਹੋਈ ਹੈ ਕਿ ਬਹੁਤ ਸਾਰੇ ਲੋਕ ਚਿੰਤਤ ਨੇ ਕਿ ਯਾਰ ਕਿਤੇ ਅਸੀਂ ਆਪਸ ਦੇ ਵਿੱਚ ਹੀ ਜਿਹੜਾ ਤਕਰਾਰ ਦੀ ਨੀਤੀ ਜਿਹੜੀ ਸਰਕਾਰ ਪੈਦਾ ਕਰਨੀ ਚਾਹੁੰਦੀ ਹੈ, ਜਿਸ ਤਰੀਕੇ ਦੇ ਨਾਲ ਸਰਕਾਰ ਸੋਚ ਰਹੀ ਹੈ ਕਿ ਇਹ ਜਿੰਨਾ ਸੰਘਰਸ਼ ਲੰਬਾ ਜਾਏਗਾ ਉਨਾ ਇਹਦੇ ਵਿੱਚ ਫਲॉज ਨਿਕਲਣਗੇ ਔਰ ਉਨਾ ਇਹਨਾਂ ਦੀ ਆਪਸ ਦੇ ਵਿੱਚ ਕੋਈ ਨਾ ਕੋਈ ਟਸਲਬਾਜ਼ੀ ਜਿਹੜੀ ਆ ਉਹ ਵੱਧਦੀ ਜਾਏਗੀ ਤੇ ਉਹਦੇ ਨਾਲ ਫਾਇਦਾ ਹੋ ਜਾਏਗਾ। ਇਹਦਾ ਪੁਆਇੰਟ ਦਾ ਵੀ ਆਪਾਂ ਆਨਸਰ ਲਵਾਂਗੇ, ਪਰ ਇੱਕ ਦੋ ਕਾਲਰਸ ਨੇ, ਆਪਾਂ ਉਹਨਾਂ ਨੂੰ ਵੀ ਨਾਲ ਲੈ ਲੈਂਦੇ ਤੇ ਫਿਰ ਬਾਕੀ ਦੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਦੋਸਤੋ ਬਰੀਫ ਰੱਖਿਓ ਆਪਣੀਆਂ ਕਾਲਸ, ਬਹੁਤੀਆਂ ਕਾਲਸ ਨਹੀਂ ਲਵਾਂਗੇ, ਲਿਮਿਟਡ ਕਾਲਸ ਲੈ ਕੇ ਤੇ ਆਪਾਂ ਵਾਈਂਡ ਅਪ ਕਰਦੇ ਹਾਂ। ਸਮਾਂ ਇਸ ਵੇਲੇ 2:52 ਹੋ ਗਏ ਨੇ, ਸੋ ਕੋਸ਼ਿਸ਼ ਕਰਾਂਗੇ ਅਸੀਂ 3:10 ਤੱਕ ਵਾਈਂਡ ਅਪ ਕਰ ਦਈਏ ਸਾਰੀ ਗੱਲਬਾਤ ਨੂੰ। ਦੇਖਦੇ ਹਾਂ ਜੀ, ਇੱਕ ਕਾਲਰ ਨੇ ਸਾਡੇ ਨਾਲ 4363 ਨੰਬਰ ਜੇ, ਤੁਸੀਂ ਆਉਂਦੀ ਰਹੋ। ਕੀ ਨਾਮ ਹੈ ਸਰ ਤੁਹਾਡਾ? ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਮੈਂ ਹਰਪ੍ਰਮਿੰਦਰ ਗਦਰੀ ਬੋਲ ਰਿਹਾ ਜੀ। ਪਰਮਿੰਦਰ ਜੀ, ਹਰਪ੍ਰਮਿੰਦਰ ਜੀ। ਹਾਂਜੀ, ਮੈਂ ਆ ਵੀਰ ਜਿਹੜੇ ਗੱਲ ਕਰ ਰਹੇ ਮਿਸਟਰ ਕਰਮਵੀਰ ਸਿੰਘ ਜਿਨ੍ਹਾਂ ਦਾ ਨਾਮ ਆ, ਹਾਂਜੀ, ਮੈਂ ਉਹਨਾਂ ਦੀ ਵੈਸੇ ਜਾਣਕਾਰੀ 'ਚ ਵਾਧਾ ਕਰਨਾ ਚਾਹੁੰਦਾ ਵਾਂ ਕਿ RSS ਨੇ ਕਦੀ ਵੀ ਕੋਈ ਦੇਸ਼ ਦੀ ਆਜ਼ਾਦੀ ਦਾ ਕੋਈ ਘੋਲ ਨਹੀਂ ਲੜਿਆ। ਉਹਨਾਂ ਦੀ ਉਹ ਜਮਾਤ ਜਿਹੜੀ ਆ ਮਹਾ ਗਦਾਰਾਂ ਦੀ ਜਮਾਤ ਵਾ। ਆ ਜਿਹੜਾ ਇਹਨਾਂ ਦਾ ਹੇੜਗੇਵਰ ਤੇ ਗੋਵਲ ਕੌਰ ਵਾ, ਇਹਦੀਆਂ ਲਿਖਤਾਂ ਪਈਆਂ ਵਾ ਜਿਹਦੇ ਵਿੱਚ ਇਹਨੇ ਲਿਖਿਆ ਸੀ ਕਿ ਜਿਸ ਸਮਾਜ ਦੇ ਵਿੱਚ ਬ੍ਰਾਹਮਣਾਂ ਦੇ ਬਰਾਬਰ ਦੂਜੇ ਜਿਹੜੇ ਲੋਕ ਨੇ, ਵੈਸ਼ ਤੇ ਸ਼ੂਦਰ ਵਗੈਰਾ, ਸਾਨੂੰ ਸਾਰਿਆਂ ਨੂੰ ਸ਼ੂਦਰ ਮੰਨਿਆ ਗਿਆ ਵਾ, ਭਾਵੇਂ ਜੱਟ ਵਾ ਤੇ ਭਾਵੇਂ ਕੋਈ ਕਿਸੇ ਵੀ ਜਾਤ ਨਾਲ ਬਿਲੋਂਗ ਕਰਦਾ, ਆਲ ਆਰ ਦੀ ਸ਼ੂਦਰ। ਤੇ ਉਹਨੇ ਜਿੱਥੇ ਸ਼ੂਦਰ ਵੀ ਬਰਾਬਰ ਦੇ ਹੋਣਗੇ ਉਸ ਆਜ਼ਾਦੀ ਨਾਲੋਂ ਤੇ ਮੈਨੂੰ ਗੋਰਿਆਂ ਦੀ ਗੁਲਾਮੀ ਚੰਗੀ ਆ। ਇਹ ਉਹਦੀਆਂ ਲਿਖਤਾਂ ਪਈਆਂ ਵਾ। RSS ਨੇ ਮਹਾ ਗਦਾਰਾਂ ਦਾ ਇਹਨਾਂ ਦਾ ਇਤਿਹਾਸ ਆ। ਤੇ ਦੂਜੀ ਗੱਲ, ਮੈਂ ਆਪਣੇ ਵੀਰ ਨੂੰ ਹੋਰ ਮੇਰਾ ਵੀ ਕੁਐਸਚਨ ਵੀ ਆ ਤੇ ਮੇਰਾ ਆਪਣਾ ਵਿਚਾਰ ਵੀ ਆ ਕਿ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੇ ਪੈਰਲਲ ਕੋਈ ਇੱਕ ਮੂਵਮੈਂਟ ਚੱਲ ਰਹੀ ਆ, ਕੀ ਇਹਦੇ ਵਿੱਚ ਤੁਸੀਂ ਸਮਝਦੇ ਨਹੀਂ ਕਿ ਕਿਸਾਨ ਸਮੁੱਚੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲੀ ਮੂਵਮੈਂਟ ਬਣ ਰਹੀ ਆ? ਜਦ ਕਿ ਮੂਵਮੈਂਟ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ, ਉਹਨਾਂ ਲੋਕਾਂ ਦਾ ਜਿਹੜਾ 40-40 ਸਾਲ ਦਾ ਤਜਰਬਾ ਵਾ, ਉਹ ਲੜ ਰਹੇ ਨੇ। ਇਹ ਸਰਕਾਰ ਦੀ ਜਿਹੜੀ ਆ ਉਹਨੂੰ ਸਰਪ੍ਰਸਤੀ ਪੂਰੀ ਆ ਉਸ ਮੂਵਮੈਂਟ ਨੂੰ। ਇੱਕ ਮੇਰਾ ਲਾਸਟ ਕੁਐਸਚਨ ਆ, ਤੁਸੀਂ ਮੈਨੂੰ ਦੱਸੋ ਕਿ ਸਰਕਾਰ ਨੇ ਕਿਸੇ ਬੰਦੇ ਨੂੰ ਵੀ ABCD ਜੋ ਵੀ ਆ ਉਹਦੇ ਤੇ ਲੱਖ ਰੁਪਏ ਦਾ ਇਨਾਮ ਰੱਖਿਆ ਹੋਵੇ, ਉਹਨੂੰ ਮੁੜ ਕੇ ਖੋਲ ਦੇ ਦਿੱਤੀ ਜਾਵੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਦੋਸ਼ੀ ਆ ਕਿਸੇ ਗੱਲ ਦਾ, ਪਰ ਇਹ ਹੈ ਕਿ ਸਰਕਾਰ ਦੇ ਕਾਨੂੰਨ ਨੇ ਹੀ ਰੱਖਿਆ, ਸਰਕਾਰ ਦੇ ਕਾਨੂੰਨ ਨੇ ਹੀ ਉਹਨੂੰ ਰੈਲੀ ਦੀ ਵੀ ਇਜਾਜ਼ਤ ਦਿੱਤੀ ਆ। ਪਰ ਇਹ ਦੱਸੋ ਕਿ ਸਰਕਾਰ ਉਹਦੇ ਵਿੱਚ ਸਪੋਰਟ ਨਹੀਂ ਕਰ ਰਹੀ ਉਸ ਇੱਕ ਜਿਹੜਾ ਪੈਰਲਲ ਅੰਦੋਲਨ ਚੱਲਣ ਲੱਗਾ। ਥੈਂਕ ਯੂ ਜੀ। ਮਿਹਰਬਾਨੀ ਸਰ, ਥੈਂਕ ਯੂ ਸੋ ਮਚ। ਹਾਂਜੀ ਸਰ। ਨਹੀਂ, ਥੈਂਕ ਯੂ ਭਾਜੀ। ਪਹਿਲਾ ਪੁਆਇੰਟ ਤਾਂ ਬਹੁਤ ਇਹਨਾਂ ਨੇ ਸਹੀ ਕਿਹਾ, ਮੈਂ 100% ਐਗਰੀ ਕਰਦਾ ਉਹਦੇ ਨਾਲ ਵੀ RSS ਨੇ ਕਦੇ ਵੀ ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਵੀ ਸੰਘਰਸ਼ ਨਹੀਂ ਕੀਤਾ ਹੈਗਾ। ਟੋਟਲ 100% ਐਗਰੀਮੈਂਟ ਉਹਦੇ ਉੱਤੇ। ਦੂਜੀ ਗੱਲ, ਜਿਹੜਾ ਮੈਂ ਪੁਆਇੰਟ ਕਿਹਾ ਸੀਗਾ ਵੀ ਡਾਕਟਰ ਹੈਡਗਵਾਰ ਜਿਹੜੇ ਫਾਊਂਡਰ ਸੀਗੇ, ਕਿਉਂਕਿ ਇਤਿਹਾਸ ਇਹ ਦੱਸਦਾ ਹੈਗਾ ਵੀ ਉਹਨਾਂ ਨੇ ਆਪਦਾ RSS ਪਿੱਛੇ ਛੱਡ ਕੇ, ਕਿਉਂਕਿ ਉਹ ਚਾਹੁੰਦੇ ਸੀ ਵੀ RSS ਨੌਨ ਪੋਲੀਟੀਕਲ ਰਵੇ, ਕਿਉਂਕਿ ਜਦੋਂ ਵੀ ਇਹਨਾਂ ਤੇ ਕੋਈ ਬੈਨ ਲੱਗਣ ਦਾ ਖਤਰਾ ਹੁੰਦਾ ਸੀ ਇਹ ਡਰ ਜਾਂਦੇ ਸੀਗੇ। ਇਹ ਚਾਹੁੰਦੇ ਨਹੀਂ ਸੀ ਕਦੇ ਵੀ ਪੋਲੀਟੀਕਲੀ ਸਾਹਮਣੇ ਆਉਣ, ਸੀਗੇ ਪੋਲੀਟੀਕਲੀ ਪਰ ਹਮੇਸ਼ਾ ਸਮਾਜਿਕ ਮੁਖੌਟਾ ਪਾ ਕੇ ਰੱਖਿਆ ਆਪਦੀ ਆਰਗੇਨਾਈਜੇਸ਼ਨ ਦਾ। ਵਿੱਚ ਤਾਂ ਹਿੰਦੂ ਦੀ ਅਪਲਿਫਟਮੈਂਟ ਵਾਸਤੇ ਕੰਮ ਕਰਦੇ ਆ। ਸੋ ਇਹਨਾਂ 3-4 ਵਾਰੀ ਬੈਨ ਲੱਗਿਆ ਇਹਨਾਂ ਦੇ ਉੱਤੇ। ਸਰਦਾਰ ਪਟੇਲ ਨੇ ਬੈਨ ਲਾਇਆ ਸੀਗਾ ਕਿਉਂਕਿ ਉਹਦੇ ਉੱਤੇ ਸਿੱਧਾ ਨਾਮ ਆਇਆ ਸੀ ਇਹਨਾਂ ਦਾ ਆਰਗੇਨਾਈਜੇਸ਼ਨ ਦਾ ਜਦੋਂ ਇਹਨਾਂ ਨੇ ਹੱਤਿਆ ਕੀਤੀ ਬਾਪੂ ਗਾਂਧੀ ਦੀ। ਸੋ ਕਹਿਣ ਤੋਂ ਭਾਵ ਵੀ ਇਹ ਸਾਰਾ ਜਿਹੜਾ ਇਹਨਾਂ ਭਾਜੀ ਨੇ ਕਿਹਾ RSS ਬਾਰੇ ਬਿਲਕੁਲ ਸਹੀ ਆ, ਟੋਟਲੀ ਐਗਰੀ ਵਿਦ ਇਟ। ਦੂਜਾ ਪੁਆਇੰਟ ਜਿਹੜਾ ਹੈਗਾ ਪੈਰਲਲ ਅੰਦੋਲਨ ਚਲਾਉਣ ਦਾ, ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਵੀ ਅੰਦੋਲਨ ਲੰਬਾ ਹੋਵੇ ਪੈਰਲਲੀ। ਹੁਣ ਜਿਵੇਂ ਭਾਰਤੀ ਕਿਸਾਨ ਸੰਘ ਹੈਗਾ ਇੱਕ, ਉਹ RSS ਦਾ ਹੀ ਇੱਕ ਪੋਲੀਟੀਕਲ ਫਾਰਮਰ ਆਊਟਵਿੰਗ ਹੈਗਾ। ਹੁਣ ਜੇ ਤੁਸੀਂ ਮੇਰੇ ਪੇਜ ਤੇ ਜਾਓਗੇ, ਅਸੀਂ ਉੱਥੇ ਵੀ ਗਏ ਆ ਉਹਨਾਂ ਕੋਲੇ, ਅਸੀਂ ਹਰੇਕ ਜਗ੍ਹਾ ਤੇ ਗਏ ਆ। ਅਸੀਂ ਮੁਕੇਸ਼ ਅੰਬਾਨੀ ਦੇ ਘਰ ਦੇ ਮੂਹਰੇ ਵੀ ਅਸੀਂ ਪ੍ਰੋਟੈਸਟ ਕੀਤੀ, ਉੱਥੇ ਵੀ ਅਸੀਂ ਡਿਟੇਨ ਹੋ ਗਏ ਸੀ 15-16 ਘੰਟੇ ਵਾਸਤੇ। ਸੋ ਮੈਂ ਤਾਂ ਹਰੇਕ ਬੰਦੇ ਕੋਲੇ ਜਾਣਾ ਹੈਗਾ ਜਿਹੜਾ ਇਸ ਅੰਦੋਲਨ ਦੇ ਉੱਤੇ ਕੋਈ ਵੀ ਵਿਊ ਪੁਆਇੰਟ ਰੱਖਦਾ। ਸੋ ਉਹਨਾਂ ਦਾ ਵਿਊ ਪੁਆਇੰਟ ਪੁੱਛਣ ਵੀ ਤੁਹਾਡੀ ਪੋਜੀਸ਼ਨ ਕੀ ਹੈ। ਸੋ ਜਿਹੜਾ ਇਹ ਪੈਰਲਲ ਅੰਦੋਲਨ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਸੋ ਇਹ ਵੈਸੇ ਵੀ ਲੋਕ ਬਹੁਤ ਸਿਆਣੇ ਨੇ, ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਕਹਿ ਲਓ ਵੀ 15 ਮਿੰਟ ਨਹੀਂ ਲੱਗਦੇ ਹੈਗੇ ਸੱਥ 'ਚ ਬੈਠੇ ਬਾਬਿਆਂ ਨੂੰ ਅਖਬਾਰ ਪੜ੍ਹ ਕੇ ਇਹ ਦੱਸਣ ਦੇ ਵਿੱਚ ਵੀ ਕਿਹੜੀ ਖਬਰ ਝੂਠੀ ਹੈ ਤੇ ਕਿਹੜੀ ਗਲਤ ਹੈ। ਸੋ ਤੋੜਨ ਦੀਆਂ ਕੋਸ਼ਿਸ਼ਾਂ ਇਹਨਾਂ ਦੀਆਂ ਨਕਾਬ ਹੀ ਬੇਨਕਾਬ ਹੋ ਜਾਣੀਆਂ ਨੇ। ਅਸੀਂ ਗੁਰਨਾਮ ਸਿੰਘ ਚੜੂਨੀ ਦੇ ਜਿਹੜੇ ਸ਼ਬਦ ਨੇ ਉਹ ਇਹ ਕਹਿੰਦੇ ਨੇ ਵੀ 24 ਘੰਟਿਆਂ ਦੇ ਵਿੱਚ ਇੱਕ ਜਿਹੜਾ ਵੀ ਇਹਨਾਂ ਦਾ ਝੂਠ ਹੁੰਦਾ ਉਹਦੇ ਪੈਰ 24 ਘੰਟੇ ਨੇ। 24 ਘੰਟੇ ਜਿਹਨਾਂ ਦਾ ਝੂਠ ਉਖਾੜ ਦਿੱਤਾ ਜਾਂਦਾ ਹੈਗਾ। ਸੋ ਅੰਦੋਲਨ ਦਾ ਦਿਨ ਪਰ ਦਿਨ ਸਟਰੋਂਗ ਹੀ ਹੁੰਦਾ ਜਾਂਦਾ। ਇਹਦੇ ਵਾਸਤੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੇ ਸੱਚ ਹੀ ਜਿੱਤੂਗਾ ਹਮੇਸ਼ਾ। For all our latest updates, please subscribe G Media Group YouTube channel and press the bell icon.